ਮੇਰਾ ਨਾਮ ਮਾਹੀ ਹੈ। ਮੇਰਾ ਵਿਆਹ ਮੇਰੇ ਪਾਪਾ ਦੇ ਦੋਸਤ ਦੇ ਬੇਟੇ ਨਾਲ 5 ਸਾਲ ਪਹਿਲਾਂ ਹੋਇਆ ਸੀ ਤੇ ਮੇਰੇ ਪਾਪਾ ਦੀ ਕਾਰ ਐਕਸੀਡੈਂਟ 'ਚ ਮੌਤ ਹੋ ਗਈ ਸੀ। ਅਸੀਂ 2 ਭੈਣਾਂ ਸੀ ਤੇ ਮੈਂ ਵੱਡੀ ਸੀ ਤੇ ਮੇਰੀ ਇੱਕ ਛੋਟੀ ਭੈਣ ਸੀ ਜਿਸ ਦਾ ਨਾਮ ਪ੍ਰੀਤ ਸੀ। ਜਦੋਂ ਮੇਰੇ ਪਾਪਾ ਦੀ ਕਾਰ ਐਕਸੀਡੈਂਟ ਵਿੱਚ ਮੌਤ ਹੋ ਗਈ ਤਾਂ ਮੇਰੇ ਚਾਚੇ ਨੇ ਸਾਡੇ ਘਰ 'ਤੇ ਪੂਰਾ ਕਬਜ਼ਾ ਕਰ ਲਿਆ। ਮੇਰੀ ਮਾਂ ਬਹੁਤ ਹੀ ਕਮਜ਼ੋਰ ਦਿਲ ਦੀ ਔਰਤ ਸੀ। ਉਸਨੇ ਆਪਣੇ ਹੱਕ ਲਈ ਕੋਈ ਵੀ ਆਵਾਜ਼ ਨਾ ਚੁੱਕੀ। ਬਸ ਉਹ ਸਬਰ ਦਾ ਘੁੱਟ ਭਰ ਕੇ ਚੁੱਪ ਰਹੀ ਤੇ ਸਾਨੂੰ ਦੋਹਾਂ ਨੂੰ ਲੈ ਕੇ ਮੇਰੇ ਨਾਨਕੇ ਪਿੰਡ ਨਾਨੀ ਕੋਲ ਚਲੀ ਗਈ। ਜਿੰਨਾ ਟਾਈਮ ਮੇਰੇ ਨਾਨਾ ਸਾਡੇ ਨਾਲ ਸੀ ਓਨਾ ਟਾਈਮ ਤਾਂ ਸਾਡੀ ਉੱਥੇ ਬਹੁਤ ਇੱਜ਼ਤ ਸੀ। ਉਹਨਾਂ ਨੇ ਸਾਨੂੰ ਕਿਸੇ ਵੀ ਚੀਜ਼ ਦੀ ਕੋਈ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਸੀ ਤੇ ਨਾ ਹੀ ਸਾਨੂੰ ਦੋਹਾਂ ਭੈਣਾਂ ਨੂੰ ਕਦੇ ਕਿਸੇ ਗੱਲ ਤੋਂ ਝਿੜਕਿਆ ਸੀ ਤੇ ਨਾ ਹੀ ਮੇਰੀ ਮਾਂ ਨੇ ਸਾਨੂੰ ਝਿੜਕਣ ਦਿੱਤਾ ਸੀ। ਉਹਨਾਂ ਨੇ ਮੇਰੀ ਮਾਂ ਦਾ ਦੂਜਾ ਵਿਆਹ ਕਰਵਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਮੇਰੀ ਮਾਂ ਨੇ ਦੂਜਾ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਕੁਝ ਸਮੇਂ ਬਾਅਦ ਮੇਰੇ ਨਾਨਾ ਨਾਨੀ ਦੀ ਮੌਤ ਹੋ ਗਈ ਤੇ ਸਾਨੂੰ ਛੱਡ ਕੇ ਉਹ ਸਦਾ ਦੇ ਲਈ ਚਲੇ ਗਏ। ਫਿਰ ਸਾਡੀ ਤਿੰਨਾਂ ਦੀ ਜ਼ਿੰਮੇਵਾਰੀ ਮੇਰੇ ਮਾਮਾ ਮਾਮੀ ਦੇ ਉੱਪਰ ਪੈ ਗਈ। ਮੇਰੇ ਮਾਮਾ ਜੀ ਮੇਰੀ ਮੰਮੀ ਤੋਂ ਵੱਡੇ ਸੀ ਤੇ ਉਹਨਾਂ ਦਾ ਵਿਆਹ ਵੀ ਮੇਰੇ ਨਾਨਾ ਨਾਨੀ ਦੇ ਜਿਉਂਦੇ ਜੀ ਹੋ ਗਿਆ ਸੀ। ਉਹਨਾਂ ਟਾਈਮ ਤਾਂ ਮੇਰੀ ਮਾਮੀ ਦਾ ਸੁਭਾਅ ਵੀ ਵਧੀਆ ਸੀ, ਉਹ ਸਾਡਾ ਖਿਆਲ ਵੀ ਰੱਖਦੀ ਸੀ। ਪਰ ਜਦੋਂ ਮੇਰੇ ਨਾਨਾ ਨਾਨੀ ਦੀ ਮੌਤ ਹੋ ਗਈ ਤਾਂ ਮੇਰੀ ਮਾਮੀ ਦਾ ਸੁਭਾਅ ਬਦਲ ਗਿਆ। ਫਿਰ ਉਸ ਘਰ ਵਿੱਚ ਸਾਡੇ ਤਿੰਨਾਂ ਨਾਲ ਹੀ ਨੌਕਰਾਂ ਵਾਂਗੂ ਸਲੂਕ ਹੋਣ ਲੱਗਿਆ। ਮੇਰੇ ਮਾਮਾ ਜੀ ਨੇ ਸਾਨੂੰ ਦੋਹਾਂ ਭੈਣਾਂ ਨੂੰ ਸਰਕਾਰੀ ਸਕੂਲ ਵਿੱਚ ਪੜ੍ਹਾਇਆ ਸੀ। ਮੇਰੀ ਮਾਮੀ ਨੂੰ ਸਾਡੀ ਪੜ੍ਹਾਈ ਦੇ ਖਰਚੇ ਤੋਂ ਬਹੁਤ ਦਿੱਕਤ ਹੁੰਦੀ ਸੀ ਤੇ ਉਹ ਹਮੇਸ਼ਾ ਹੀ ਮਹਿੰਗਾਈ ਦੀਆਂ ਗੱਲਾਂ ਸਾਡੇ ਸਾਹਮਣੇ ਕਰਦੀ ਰਹਿੰਦੀ। ਮੇਰੀ ਮਾਂ ਅੰਦਰੋਂ ਅੰਦਰੀ ਬਹੁਤ ਫਿਕਰ ਕਰਦੀ ਪਰ ਉਹ ਕੁਝ ਵੀ ਨਹੀਂ ਕਰ ਸਕਦੀ ਸੀ। ਮੇਰੀ ਮਾਮੀ ਦੀਆਂ ਗੱਲਾਂ ਦਾ ਅਸਰ ਮੇਰੀ ਮਾਂ ਦੇ ਦਿਲ ਦੇ ਉੱਪਰ ਇੰਨਾ ਪਿਆ ਕਿ ਉਸ ਨੂੰ ਦਿਲ ਦੀ ਬਿਮਾਰੀ ਬਣ ਗਈ ਤੇ ਇੱਕ ਦਿਨ ਹਾਰਟ ਅਟੈਕ ਆ ਗਿਆ ਤੇ ਉਸ ਦੀ ਮੌਤ ਹੋ ਗਈ। ਹੁਣ ਤਾਂ ਅਸੀਂ ਦੋਵੇਂ ਭੈਣਾਂ ਬਿਲਕੁਲ ਇਕੱਲੀਆਂ ਰਹਿ ਗਈਆਂ। ਮੇਰੀ ਮਾਮੀ ਲੋਕਾਂ ਦੇ ਸਾਹਮਣੇ ਤਾਂ ਸਾਡੇ ਨਾਲ ਵਧੀਆ ਸਲੂਕ ਕਰਦੀ ਪਰ ਸਾਨੂੰ ਪਤਾ ਸੀ ਕਿ ਅਸਲ ਸੱਚਾਈ ਕੀ ਆ। ਅਸੀਂ ਕਿਤੇ ਵੀ ਨਹੀਂ ਸੀ ਜਾ ਸਕਦੀਆਂ ਕਿਉਂਕਿ ਸਾਡਾ ਹੋਰ ਕੋਈ ਦੁਨੀਆ ਵਿੱਚ ਹੈ ਹੀ ਨਹੀਂ ਸੀ। ਮਾਮੀ ਦੂਜਿਆਂ ਦੇ ਸਾਹਮਣੇ ਤਾਂ ਸਾਡੇ ਲਈ ਬਹੁਤ ਚੰਗੀ ਸੀ ਪਰ ਇਹ ਸਭ ਕੁਝ ਦਿਖਾਵਾ ਸੀ ਤੇ ਅਸਲ ਸੱਚਾਈ ਤਾਂ ਹੋਰ ਸੀ। ਉਹ ਸਾਡੇ ਤੋਂ ਘਰ ਦਾ ਸਾਰਾ ਕੰਮ ਕਰਵਾਉਂਦੀ, ਸਾਨੂੰ ਗੱਲ-ਗੱਲ 'ਤੇ ਕੁੱਟ ਦਿੰਦੀ। ਜਦੋਂ ਮੈਂ 22 ਸਾਲਾਂ ਦੀ ਹੋਈ ਤਾਂ ਮੇਰੇ ਮਾਮੇ ਨੇ ਮੇਰੇ ਪਾਪਾ ਦੇ ਦੋਸਤ ਦੇ ਬੇਟੇ ਨਾਲ ਮੇਰਾ ਵਿਆਹ ਕਰ ਦਿੱਤਾ। ਪਰ ਮੇਰਾ ਘਰ ਵਾਲਾ ਕੰਨਾਂ ਦਾ ਬਿਲਕੁਲ ਕੱਚਾ ਸੀ। ਉਸਦੀ ਜਿਵੇਂ ਮਾਂ ਕਹਿੰਦੀ ਸੀ ਉਹ ਉਵੇਂ ਉਸਦੇ ਹੀ ਮਗਰ ਲੱਗ ਜਾਂਦਾ ਸੀ। ਮੇਰੀ ਤਾਂ ਗੱਲ ਨਹੀਂ ਸੁਣਦਾ ਸੀ। ਮਾਂ ਪਿਓ ਦੀ ਗੱਲ ਸੁਣਨੀ ਚੰਗੀ ਆਦਤ ਹੁੰਦੀ ਆ ਪਰ ਬਿਨਾਂ ਸੱਚਾਈ ਜਾਣੇ ਫੈਸਲਾ ਲੈਣਾ ਇਹ ਵੀ ਗਲਤ ਹੁੰਦਾ। ਉਹ ਆਪਣੀ ਮਾਂ ਦੀਆਂ ਗੱਲਾਂ ਸੁਣ ਕੇ ਮੇਰੇ ਨਾਲ ਸਾਰਾ ਦਿਨ ਲੜਦੇ ਝਗੜਦੇ ਰਹਿੰਦੇ। ਬਸ ਇਵੇਂ ਹੀ ਮੇਰੇ ਸਹੁਰੇ ਘਰ ਵਿੱਚ 5 ਸਾਲ ਲੰਘ ਗਏ। ਮੈਂ 2 ਧੀਆਂ ਦੀ ਮਾਂ ਬਣ ਗਈ। ਮੇਰੇ ਵਿਆਹ ਤੋਂ ਪਹਿਲਾਂ ਤਾਂ ਮੈਨੂੰ ਦਾਜ ਨਾ ਲਿਆਉਣ ਦੇ ਤਾਨੇ ਮਿਲਦੇ ਸਨ। ਉਸ ਤੋਂ ਬਾਅਦ ਨਵਾਂ ਤਾਨਾ ਇਹ ਦੇਣ ਲੱਗ ਪਏ ਕਿ ਤੂੰ ਸਾਨੂੰ ਪੱਥਰ ਮੱਥੇ ਮਾਰ ਦਿੱਤਾ ਤੇ ਸਾਡੇ ਘਰ ਦਾ ਵਾਰਸ ਨਹੀਂ ਪੈਦਾ ਕਰ ਸਕਦੀ। ਮੈਂ ਹੁਣ ਹੋਰ ਬੱਚਾ ਨਹੀਂ ਸੀ ਲੈ ਸਕਦੀ ਤੇ ਨਾ ਹੀ ਮੈਂ ਇਹਨਾਂ ਨੂੰ ਘਰ ਦਾ ਵਾਰਸ ਦੇ ਸਕਦੀ ਸੀ। ਮੈਂ ਆਪਣੇ ਪਤੀ ਤੇ ਆਪਣੀ ਸੱਸ ਨੂੰ ਬਹੁਤ ਸਮਝਾਇਆ ਕਿ ਬੇਟਾ ਪੈਦਾ ਕਰਨਾ ਮੇਰੇ ਹੱਥ ਵਿੱਚ ਨਹੀਂ, ਇਹ ਤਾਂ ਪ੍ਰਮਾਤਮਾ ਦੇ ਹੱਥ ਵਿੱਚ ਹੈ। ਮੁੰਡਾ ਕੁੜੀ ਰੱਬ ਦੀ ਦੇਣ ਹੁੰਦਾ, ਇਹ ਇਨਸਾਨ ਦੇ ਹੱਥ ਵਿੱਚ ਨਹੀਂ ਹੁੰਦਾ। ਜਦੋਂ ਮੈਂ ਇਸ ਤਰ੍ਹਾਂ ਉਹਨਾਂ ਨੂੰ ਸਮਝਾਉਂਦੀ ਤਾਂ ਉਹ ਮੈਨੂੰ ਕਹਿੰਦੇ ਤੂੰ ਵੱਡੀ ਆਈ ਗਿਆਨਣ, ਆਪਣਾ ਗਿਆਨ ਆਪਣੇ ਕੋਲ ਰੱਖ। ਤੇ ਮੈਂ ਕਿਸੇ ਨਾਲ ਵੀ ਕੋਈ ਗੱਲ ਨਹੀਂ ਸੀ ਕਰਦੀ। ਮੈਂ ਬਿਲਕੁਲ ਚੁੱਪੀ ਧਾਰ ਲਈ ਸੀ। ਮੇਰਾ ਦਿਲ ਨਹੀਂ ਸੀ ਕਰਦਾ ਕਿ ਮੈਂ ਕਿਸੇ ਨਾਲ ਕੋਈ ਵੀ ਗੱਲ ਕਰਾਂ। ਫਿਰ ਇੱਕ ਦਿਨ ਮੇਰੀ ਭੈਣ ਪ੍ਰੀਤ ਦਾ ਵੀ ਵਿਆਹ ਹੋ ਗਿਆ। ਜਦੋਂ ਮੇਰੀ ਭੈਣ ਦਾ ਵਿਆਹ ਹੋਇਆ ਤਾਂ ਮੇਰੇ ਦਿਮਾਗ ਤੋਂ ਬੋਝ ਲੈ ਗਿਆ। ਮੇਰੀ ਭੈਣ ਦੇ ਸਹੁਰੇ ਘਰ ਵਾਲੇ ਤੇ ਉਸ ਦਾ ਪਤੀ ਬਹੁਤ ਚੰਗੇ ਸੀ। ਪ੍ਰੀਤ ਦੇ ਵਿਆਹ ਨੂੰ ਅਜੇ 10 ਮਹੀਨੇ ਹੀ ਹੋਏ ਸੀ ਤਾਂ ਮੇਰੀ ਛੋਟੀ ਭੈਣ ਵਿਧਵਾ ਹੋ ਗਈ। ਉਸ ਦੇ ਸਹੁਰੇ ਘਰ ਵਾਲਿਆਂ ਨੂੰ ਪਤਾ ਨਹੀਂ ਕੀ ਹੋ ਗਿਆ ਤੇ ਉਹਨਾਂ ਦਾ ਸੁਭਾਅ ਵੀ ਬਦਲ ਗਿਆ। ਉਹਨਾਂ ਨੇ ਮੇਰੀ ਭੈਣ ਨੂੰ ਮਨਹੂਸ ਕਹਿ ਕੇ ਘਰ ਚੋਂ ਕੱਢ ਦਿੱਤਾ। ਮੇਰੇ ਮਾਮਾ ਮਾਮੀ ਪ੍ਰੀਤ ਨੂੰ ਘਰ ਵਿੱਚ ਰੱਖਣ ਲਈ ਤਿਆਰ ਨਹੀਂ ਸਨ। ਮੇਰਾ ਮਾਮਾ ਮੇਰੀ ਮਾਮੀ ਦੇ ਅੱਗੇ ਕੁਝ ਨਹੀਂ ਬੋਲ ਸਕਦੇ ਕਿਉਂਕਿ ਮੇਰੀ ਮਾਮੀ ਦੀ ਹੀ ਘਰ ਵਿੱਚ ਚੱਲਦੀ ਸੀ। ਮੇਰੇ ਮਾਮਾ ਮੇਰੀ ਮਾਮੀ ਦੀ ਗੱਲ ਮੰਨਣ ਦੇ ਲਈ ਮਜਬੂਰ ਹੋ ਗਏ। ਇੱਕ ਦਿਨ ਜਦੋਂ ਮੈਂ ਆਪਣੇ ਮਾਮਾ ਜੀ ਦੇ ਘਰ ਗਈ ਤਾਂ ਮੇਰੀ ਮਾਮੀ ਪ੍ਰੀਤ ਤੋਂ ਸਾਰਾ ਕੰਮ ਕਰਵਾ ਰਹੀ ਸੀ ਤੇ ਨਾਲ ਹੀ ਉਸ ਨਾਲ ਬੜੀ ਲੜਾਈ ਕਰ ਰਹੀ ਸੀ। ਜੇ ਮੈਂ ਜਾ ਕੇ ਆਪਣੀ ਮਾਮੀ ਨੂੰ ਬੜੀ ਮੁਸ਼ਕਲ ਨਾਲ ਚੁੱਪ ਕਰਾਇਆ, ਮੈਨੂੰ ਬਹੁਤ ਗੁੱਸਾ ਆਇਆ। ਇੱਕ ਪਾਸੇ ਤਾਂ ਮੇਰੀ ਭੈਣ ਤੇ ਦੁੱਖਾਂ ਦਾ ਪਹਾੜ ਟੁੱਟਿਆ ਸੀ ਤੇ ਦੂਜੇ ਪਾਸੇ ਮੇਰੀ ਮਾਮੀ ਇਸ ਤਰ੍ਹਾਂ ਉਸ ਤੋਂ ਘਰ ਦਾ ਸਾਰਾ ਕੰਮ ਕਰਵਾਉਂਦੀ ਤੇ ਨਾਲ ਹੀ ਉਸ ਨੂੰ ਕੁੱਟਦੀ ਮਾਰਦੀ।
ਮੈਂ ਗੁੱਸੇ ਵਿੱਚ ਪ੍ਰੀਤ ਦੇ ਕੁਝ ਕੱਪੜੇ ਲਏ ਤੇ ਆਪਣੇ ਨਾਲ ਉਸ ਨੂੰ ਘਰ ਲੈ ਆਈ। ਪਰ ਜਦੋਂ ਮੈਂ ਆਪਣੇ ਭੈਣ ਨੂੰ ਆਪਣੇ ਸਹੁਰੇ ਘਰ ਲੈ ਕੇ ਆਈ ਤਾਂ ਸਾਡੇ ਘਰ ਵਿੱਚ ਵੀ ਹੰਗਾਮਾ ਖੜਾ ਹੋ ਗਿਆ। ਜਦੋਂ ਹੀ ਮੇਰੀ ਸੱਸ ਨੂੰ ਪਤਾ ਲੱਗਿਆ ਕਿ ਮੇਰੀ ਭੈਣ ਇੱਥੇ ਰਹੇਗੀ ਤਾਂ ਮੇਰੀ ਸੱਸ ਨੇ ਵੀ ਮੈਨੂੰ ਬਹੁਤ ਹੀ ਤਾਨੇ ਮਿਹਣੇ ਮਾਰਨੇ ਸ਼ੁਰੂ ਕਰ ਦਿੱਤੇ। ਮੈਨੂੰ ਮੇਰੀ ਭੈਣ ਦੇ ਸਾਹਮਣੇ ਬੜੀ ਸ਼ਰਮ ਮਹਿਸੂਸ ਹੁੰਦੀ। ਮੈਂ ਆਪਣੀ ਭੈਣ ਨੂੰ ਇਕੱਲੀ ਨੂੰ ਨਹੀਂ ਸੀ ਛੱਡ ਸਕਦੀ ਤੇ ਉਹ ਰਹਿੰਦੀ ਵੀ ਕਿੱਥੇ। ਮੇਰੀ ਸੱਸ ਨੂੰ ਮੇਰੀ ਭੈਣ ਦਾ ਸਾਡੇ ਘਰ ਰਹਿਣਾ ਪਸੰਦ ਨਹੀਂ ਸੀ। ਉਹ ਹਰ ਰੋਜ਼ ਰਾਤ ਨੂੰ ਮੇਰੇ ਪਤੀ ਨੂੰ ਪੂਰੀ ਤਰ੍ਹਾਂ ਭਰ ਦਿੰਦੀ। ਫਿਰ ਮੇਰਾ ਪਤੀ ਮੇਰੇ ਨਾਲ ਬਹੁਤ ਲੜਦਾ। ਇੱਕ ਦਿਨ ਜਦੋਂ ਮੈਂ ਰਾਤ ਨੂੰ ਘਰ ਦਾ ਕੰਮ ਖਤਮ ਕਰਕੇ ਆਪਣੇ ਕਮਰੇ ਵਿੱਚ ਜਾ ਰਹੀ ਸੀ ਤਾਂ ਮੇਰੀ ਸੱਸ ਦੇ ਕਮਰੇ ਵਿੱਚੋਂ ਮੈਨੂੰ ਕਿਸੇ ਦੇ ਗੱਲਾਂ ਕਰਨ ਦੀ ਆਵਾਜ਼ ਸੁਣਾਈ ਦਿੱਤੀ। ਮੇਰੇ ਤੋਂ ਰਿਹਾ ਨਾ ਗਿਆ ਤੇ ਮੈਂ ਉਹਨਾਂ ਦੇ ਕਮਰੇ ਦੀ ਕੰਧ ਨਾਲ ਖੜ ਕੇ ਉਹਨਾਂ ਦੀਆਂ ਗੱਲਾਂ ਸੁਣਨ ਲੱਗੀ। ਮੇਰੀ ਸੱਸ ਮੇਰੀ ਭੈਣ ਤੇ ਮੇਰੀਆਂ ਚੁਗਲੀਆਂ ਮੇਰੇ ਪਤੀ ਕੋਲ ਕਰ ਰਹੀ ਸੀ। ਮੇਰੀ ਸੱਸ ਮੇਰੇ ਪਤੀ ਨੂੰ ਇਹ ਕਹਿ ਰਹੀ ਸੀ ਕਿ ਤੇਰੀ ਘਰ ਵਾਲੀ ਨੂੰ ਤਾਂ ਕਿਸੇ ਦਾ ਕੋਈ ਡਰ ਨਹੀਂ, ਉੱਤੋਂ ਇੰਨੀ ਮਹਿੰਗਾਈ ਆ, ਘਰ ਦਾ ਖਰਚਾ ਤਾਂ ਪਹਿਲਾਂ ਹੀ ਬਹੁਤ ਮੁਸ਼ਕਲ ਨਾਲ ਚੱਲਦਾ ਤੇ ਇੱਕ ਆਪਣੀ ਭੈਣ ਨੂੰ ਵੀ ਇੱਥੇ ਚੁੱਕ ਲਿਆਈ ਆ। ਪਹਿਲਾਂ ਤਾਂ ਉਸਦੇ ਆਉਣ ਨਾਲ ਘਰ ਦਾ ਖਰਚਾ ਵੱਧ ਗਿਆ ਸੀ ਤੇ ਹੁਣ ਉਸਦੀ ਭੈਣ ਆ ਗਈ। ਉਹ ਤਾਂ ਆਪਣਾ ਪੂਰਾ ਖਾਨਦਾਨ ਹੀ ਇੱਥੇ ਇਕੱਠਾ ਕਰ ਲਵੇਗੀ। ਤੂੰ ਤਾਂ ਬਸ ਗੂੰਗਿਆ ਉੱਠ ਦੀ ਤਰ੍ਹਾਂ ਉਹਨੂੰ ਵੇਖਦਾ ਹੀ ਰਹਿ ਜਾਵੇਂਗਾ। ਤੂੰ ਤਾਂ ਉਸ ਨੂੰ ਕੁਝ ਵੀ ਨਹੀਂ ਕਹਿੰਦਾ। ਪਰ ਮੇਰਾ ਪਤੀ ਤਾਂ ਚੁੱਪਚਾਪ ਉਸ ਦੀਆਂ ਸਾਰੀਆਂ ਗੱਲਾਂ ਸੁਣ ਰਿਹਾ ਸੀ, ਅੱਗੋਂ ਕੁਝ ਨਾ ਬੋਲਿਆ। ਮੇਰੀ ਸੱਸ ਅੱਗੇ ਕੋਈ ਬੋਲ ਨਹੀਂ ਸਕਦਾ ਸੀ ਕਿਉਂਕਿ ਜਦੋਂ ਉਹ ਬੋਲਦੀ ਸੀ ਤਾਂ ਸਾਰੇ ਚੁੱਪ ਹੋ ਜਾਂਦੇ ਸੀ। ਫਿਰ ਮੇਰੇ ਪਤੀ ਨੇ ਕਿਹਾ ਕਿ ਮੈਂ ਵੀ ਉਸ ਨੂੰ ਬਹੁਤ ਕਿਹਾ ਪਰ ਉਹ ਵੀ ਕਿੱਥੇ ਰਹੇਗੀ, ਉਹਦਾ ਕੋਈ ਰਿਸ਼ਤੇਦਾਰ ਨਹੀਂ। ਮੇਰੀ ਸੱਸ ਨੇ ਮੇਰੇ ਪਤੀ ਦੀ ਇੱਕ ਨਾ ਸੁਣੀ, ਉਲਟਿਆਂ ਉਸ ਨੂੰ ਗੁੱਸੇ ਵਿੱਚ ਹੋਰ ਬੋਲਣ ਲੱਗੀ। ਮੇਰੀ ਸੱਸ ਆਪਣਾ ਹੀ ਉੱਲੂ ਸਿੱਧਾ ਰੱਖਦੀ ਸੀ। ਉਹਦੇ ਅੱਗੇ ਕੋਈ ਨਹੀਂ ਸੀ ਬੋਲ ਸਕਦਾ, ਚਾਹੇ ਉਸ ਦਾ ਆਪਣਾ ਪਤੀ ਹੀ ਹੁੰਦਾ, ਚਾਹੇ ਉਸ ਦਾ ਆਪਣਾ ਪੁੱਤ। ਸਾਰੇ ਹੀ ਉਸ ਤੋਂ ਬਹੁਤ ਜ਼ਿਆਦਾ ਡਰਦੇ ਸੀ। ਮੇਰਾ ਸਹੁਰਾ ਤੇ ਪਤੀ ਤਾਂ ਮੇਰੀ ਸੱਸ ਦੀ ਗੱਲ ਇਸ ਤਰ੍ਹਾਂ ਮੰਨਦੇ ਸੀ ਜਿਵੇਂ ਕਿਸੇ ਬਹੁਤ ਵੱਡੇ ਗੁਰੂ ਦਾ ਹੁਕਮ ਹੋਵੇ। ਉਹ ਉਸ ਦੀ ਗਲਤ ਗੱਲ ਵੀ ਜਾਇਜ਼ ਗੱਲ ਵੀ ਮੰਨ ਲੈਂਦੇ ਸੀ। ਮੈਂ ਤਾਂ ਮੇਰੀ ਸੱਸ ਨੂੰ ਅਜੇ ਤੱਕ ਨਹੀਂ ਸੀ ਸਮਝ ਸਕੀ ਕਿ ਉਹ ਕਿਸ ਤਰ੍ਹਾਂ ਦੀ ਔਰਤ ਆ। ਮੇਰੀ ਭੈਣ ਤਾਂ ਬਹੁਤ ਹੀ ਭੋਲੀ ਭਾਲੀ, ਉਤੋਂ ਉਹ ਹਾਲਾਤਾਂ ਦੀ ਮਾਰੀ ਹੋਈ ਸੀ। ਉਹ ਕਦੇ ਵੀ ਕਿਸੇ ਗੱਲ ਵਿੱਚ ਨਹੀਂ ਸੀ ਬੋਲੀ। ਮੇਰੀ ਭੈਣ ਦਾ ਮੇਰੇ ਤੋਂ ਬਿਨਾਂ ਹੋਰ ਕੋਈ ਨਹੀਂ ਸੀ ਜਿੱਥੇ ਉਹ ਰਹਿ ਸਕਦੀ ਸੀ। ਇਹੋ ਜਿਹੇ ਮੁਸ਼ਕਲ ਸਮੇਂ ਵਿੱਚ ਜੇ ਮੈਂ ਆਪਣੀ ਭੈਣ ਨੂੰ ਇਕੱਲਾ ਛੱਡ ਦਿੰਦੀ ਤਾਂ ਪਰਮਾਤਮਾ ਵੀ ਸ਼ਾਇਦ ਮੈਨੂੰ ਮਾਫ ਨਾ ਕਰਦਾ। ਜੇ ਮੈਂ ਆਪਣੇ ਭੈਣ ਦਾ ਦੁੱਖ ਵਿੱਚ ਸਾਥ ਨਾ ਦਿੰਦੀ ਤਾਂ ਫਿਰ ਸਾਡਾ ਭੈਣਾਂ ਦਾ ਕੀ ਰਿਸ਼ਤਾ ਸੀ। ਜੇ ਭੈਣ ਭਰਾ ਹੀ ਦੁੱਖ ਸੁੱਖ ਵਿੱਚ ਇੱਕ ਦੂਜੇ ਦਾ ਸਹਾਰਾ ਨਾ ਬਣ ਸਕਣ ਤਾਂ ਫਿਰ ਬੰਦਾ ਹੋਰ ਵੀ ਟੁੱਟ ਜਾਂਦਾ। ਜਦੋਂ ਮੇਰੀ ਸੱਸ ਨੇ ਮੇਰੇ ਪਤੀ ਦੇ ਚੰਗੀ ਤਰ੍ਹਾਂ ਕੰਨ ਭਰ ਦਿੱਤੇ ਤਾਂ ਮੇਰਾ ਪਤੀ ਮੇਰੇ ਕਮਰੇ ਵਿੱਚ ਆਇਆ। ਮੈਂ ਵੀ ਭੱਜ ਕੇ ਆਪਣੇ ਕਮਰੇ ਵਿੱਚ ਚਲੀ ਗਈ ਕਿਉਂਕਿ ਹੁਣ ਮੈਨੂੰ ਪਤਾ ਸੀ ਕਿ ਮੇਰਾ ਪਤੀ ਮੇਰੇ ਤੇ ਗੁੱਸਾ ਕੱਢੇਗਾ। ਮੇਰੇ ਪਤੀ ਦੇ ਚਿਹਰੇ ਤੋਂ ਸਾਫ਼-ਸਾਫ਼ ਪਤਾ ਲੱਗ ਰਿਹਾ ਸੀ ਕਿ ਉਹ ਪੂਰਾ ਗੁੱਸੇ ਵਿੱਚ ਆ। ਮੇਰੇ ਪਤੀ ਨੇ ਮੇਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰੀ ਪਰ ਮੈਂ ਸੌਣ ਦੀ ਐਕਟਿੰਗ ਕਰਨ ਲੱਗੀ ਕਿਉਂਕਿ ਮੇਰਾ ਤਾਂ ਪਹਿਲਾਂ ਹੀ ਬਹੁਤ ਦਿਲ ਦੁਖੀ ਸੀ। ਮੇਰੇ ਤੋਂ ਮੇਰੀ ਸੱਸ ਦੀਆਂ ਗੱਲਾਂ ਸੁਣੀਆਂ ਨਹੀਂ ਸੀ ਜਾਂਦੀਆਂ। ਮੈਂ ਨਹੀਂ ਚਾਹੁੰਦੀ ਸੀ ਕਿ ਮੈਂ ਆਪਣੇ ਪਤੀ ਦੇ ਮੂੰਹੋਂ ਫਿਰ ਉਹੀ ਗੱਲਾਂ ਸੁਣਾ। ਫਿਰ ਜਦੋਂ ਮੈਂ ਕੁਝ ਨਾ ਬੋਲੀ ਤਾਂ ਮੈਂ ਉਸੇ ਤਰ੍ਹਾਂ ਹੀ ਪਈ ਰਹੀ। ਮੇਰੇ ਪਤੀ ਨੂੰ ਵੀ ਲੱਗਿਆ ਮੈਂ ਸੌਂ ਰਹੀ ਹਾਂ। ਜਦੋਂ ਸਵੇਰੇ ਉੱਠੀ ਤਾਂ ਉਹੀ ਹਾਲ, ਸਾਡੇ ਘਰ ਵਿੱਚ ਤਾਂ ਉਹੀ ਕਲੇਸ਼। ਜਦ ਕਿ ਮੇਰੀ ਭੈਣ ਮੇਰੇ ਘਰ ਦੇ ਕੰਮ ਵੀ ਕਰਨ ਲੱਗ ਗਈ ਸੀ। ਉਸ ਨੂੰ ਵੀ ਇਹੀ ਸੀ ਕਿ ਮੇਰੀ ਵਜ੍ਹਾ ਨਾਲ ਕਿਸੇ ਨੂੰ ਕੋਈ ਤਕਲੀਫ ਨਾ ਹੋਵੇ। ਉਹ ਕਹਿੰਦੀ ਸੀ ਕਿ ਮੈਂ ਮਾਮਾ ਜੀ ਦੇ ਘਰ ਜਾ ਕੇ ਹੀ ਰਹਿ ਲਵਾਂਗੀ, ਭੈਣੇ ਤੂੰ ਦੁਖੀ ਨਾ ਹੋ। ਪਰ ਮੈਂ ਨਹੀਂ ਚਾਹੁੰਦੀ ਸੀ ਕਿ ਮੇਰੀ ਭੈਣ ਮਾਮੀ ਦੇ ਘਰ ਜਾ ਕੇ ਉਸਦੇ ਘਰ ਦੇ ਸਾਰੇ ਕੰਮ ਕਰੇ, ਫਿਰ ਉਸ ਤੋਂ ਉੱਪਰੋਂ ਉਸ ਨੂੰ ਵੀ ਕੁੱਟੇ। ਮੈਂ ਆਪਣੀ ਭੈਣ ਨੂੰ ਕਿਹਾ ਤੂੰ ਬੇਫਿਕਰ ਹੋ ਜਾ, ਮੈਂ ਸਭ ਕੁਝ ਸੰਭਾਲ ਲਵਾਂਗੀ, ਤੈਨੂੰ ਕਿਤੇ ਜਾਣ ਦੀ ਲੋੜ ਨਹੀਂ, ਤੂੰ ਇੱਥੇ ਹੀ ਮੇਰੇ ਨਾਲ ਰਹੇਂਗੀ। ਪਰ ਸਾਡੇ ਘਰ ਦੇ ਹਾਲਾਤ ਮੇਰੇ ਹੱਥ ਵਿੱਚੋਂ ਨਿਕਲ ਰਹੇ ਸੀ। ਉਧਰ ਮੇਰੀ ਸੱਸ ਵੀ ਮੈਨੂੰ ਉੱਠਦੀ ਬਹਿੰਦੀ ਸਾਰਾ ਦਿਨ ਤਾਨੇ ਮਾਰਦੀ ਰਹਿੰਦੀ। ਮੇਰੀ ਸੱਸ ਮੈਨੂੰ ਰੋਟੀ ਵੀ ਨਹੀਂ ਸੀ ਖਾਣ ਦਿੰਦੀ। ਬਸ ਉਹਦੇ ਮੂੰਹੋਂ ਇੱਕ ਹੀ ਸ਼ਬਦ ਸੀ, ਤੇਰੀ ਭੈਣ ਕਦੋਂ ਸਾਡੇ ਘਰੋਂ ਨਿਕਲੇਗੀ। ਮੇਰੀ ਇੱਕ ਨਨਾਣ ਸੀ, ਉਹ ਉਸ ਦਾ ਸੁਭਾਅ ਮੇਰੀ ਸੱਸ ਤੋਂ ਬਿਲਕੁਲ ਉਲਟ ਸੀ। ਉਹ ਬਹੁਤ ਹੀ ਨਰਮ ਦਿਲ ਇਨਸਾਨ ਸੀ। ਉਸ ਦਾ ਵਿਆਹ ਸਾਡੇ ਨੇੜਲੇ ਪਿੰਡ 'ਚ ਹੋਇਆ ਸੀ। ਉਹ ਸਾਡੇ ਘਰ ਵਿੱਚ ਆਪਣੇ ਪਤੀ ਦੇ ਨਾਲ ਕੁਝ ਦਿਨ ਦੇ ਲਈ ਰਹਿਣ ਲਈ ਆ ਰਹੀ ਸੀ। ਮੈਨੂੰ ਜਦੋਂ ਪਤਾ ਲੱਗਿਆ ਕਿ ਮੇਰੀ ਨਨਾਣ ਘਰ ਆ ਰਹੀ ਆ ਤਾਂ ਮੇਰੇ ਵਿੱਚ ਹਿੰਮਤ ਆ ਗਈ ਕਿਉਂਕਿ ਉਹ ਜਦੋਂ ਵੀ ਆਪਣੀ ਮਾਂ ਨੂੰ ਮੇਰੇ ਨਾਲ ਲੜਦੀ ਦੇਖਦੀ ਸੀ ਤਾਂ ਉਹ ਹਮੇਸ਼ਾ ਆਪਣੀ ਮਾਂ ਨੂੰ ਹੀ ਰੋਕਦੀ ਸੀ। ਮੈਨੂੰ ਮੇਰੀ ਨਨਾਣ ਬੜੀ ਚੰਗੀ ਲੱਗਦੀ ਸੀ ਪਰ ਮੈਨੂੰ ਉਸ ਦਾ ਪਤੀ ਬਿਲਕੁਲ ਚੰਗਾ ਨਹੀਂ ਲੱਗਦਾ ਸੀ। ਉਹ ਬਹੁਤ ਹੀ ਘਟੀਆ ਇਨਸਾਨ ਸੀ। ਉਸ ਨੂੰ ਤਾਂ ਗੱਲ ਕਰਨ ਦਾ ਤਰੀਕਾ ਹੀ ਨਹੀਂ ਸੀ। ਉਹ ਮੇਰੇ ਨਾਲ ਵੀ ਘਟੀਆ ਹਰਕਤਾਂ ਕਰਦਾ ਰਹਿੰਦਾ। ਬਸ ਮੈਂ ਚੁੱਪ ਕਰਕੇ ਸਹਿ ਲੈਂਦੀ ਪਰ ਮੈਂ ਕਿਸੇ ਨੂੰ ਕੁਝ ਨਹੀਂ ਸੀ ਕਹਿ ਸਕਦੀ ਕਿਉਂਕਿ ਉਲਟਾ
ਮੇਰੇ ਤੇ ਹੀ ਇਲਜ਼ਾਮ ਲਗਾਉਣਾ ਸੀ। ਮੈਂ ਆਪਣੀ ਨਨਾਣ ਦੇ ਆਉਣ ਦੀਆਂ ਤਿਆਰੀਆਂ 'ਚ ਲੱਗ ਗਈ। ਉਹਨਾਂ ਦੇ ਲਈ ਖਾਣਾ ਬਣਾਉਣ ਲੱਗ ਗਈ। ਮੈਂ ਆਪਣੇ ਵੱਲੋਂ ਕੋਈ ਵੀ ਕਮੀ ਨਹੀਂ ਸੀ ਰੱਖਣਾ ਚਾਹੁੰਦੀ। ਉਹਨਾਂ ਦੀ ਪਸੰਦ ਦਾ ਸਭ ਕੁਝ ਬਣਾਇਆ। ਜਦੋਂ ਮੇਰੀ ਨਨਾਣ ਅਤੇ ਉਸ ਦਾ ਪਤੀ ਸਾਡੇ ਘਰ ਆਏ ਤਾਂ ਮੇਰੀ ਨਨਾਣ ਉਹਨਾਂ ਨੂੰ ਮਿਲ ਕੇ ਆਪਣੇ ਕਮਰੇ ਵਿੱਚ ਚਲੀ ਗਈ। ਜਦੋਂ ਰਾਤ ਹੋਈ ਤਾਂ ਮੇਰੀ ਸੱਸ ਨੇ ਕਿਹਾ, ਤੂੰ ਆਪਣੀ ਭੈਣ ਨੂੰ ਕਹਿ ਦੇ ਅੱਜ ਉਹ ਸਟੋਰ ਰੂਮ ਵਿੱਚ ਸੌਂ ਜਾਵੇ, ਕਿਉਂਕਿ ਉਸ ਕਮਰੇ ਵਿੱਚ ਤਾਂ ਮੇਰੀ ਧੀ ਤੇ ਮੇਰੇ ਜਵਾਈ ਨੇ ਸੌਣਾ। ਗਰਮੀ ਦਾ ਮਹੀਨਾ ਸੀ। ਮੇਰੀ ਭੈਣ ਸਟੋਰ ਰੂਮ ਵਿੱਚ ਕਿਵੇਂ ਰਹਿ ਸਕਦੀ ਸੀ? ਉੱਥੇ ਨਾ ਤਾਂ ਕੋਈ ਪੱਖਾ ਸੀ ਤੇ ਨਾ ਹੀ ਕੋਈ ਖਿੜਕੀ, ਪਰ ਮੈਂ ਮਜਬੂਰ ਸੀ। ਆਪਣੀ ਭੈਣ ਨੂੰ ਜਾ ਕੇ ਸਟੋਰ ਵਿੱਚ ਸੌਣ ਲਈ ਕਹਿ ਦਿੱਤਾ ਤੇ ਅਸੀਂ ਸਾਰੇ ਆਪੋ ਆਪਣੇ ਕਮਰਿਆਂ ਵਿੱਚ ਸੌਂ ਗਏ। ਜਦੋਂ ਅੱਧੀ ਕੁ ਰਾਤ ਹੋਈ ਤਾਂ ਮੈਨੂੰ ਮੇਰੀ ਉੱਚੀ ਉੱਚੀ ਆਵਾਜ਼ਾਂ ਸੁਣੀਆਂ। ਮੇਰੀ ਅੱਖ ਖੁੱਲ੍ਹ ਗਈ। ਮੈਂ ਆਪਣੇ ਪਤੀ ਨੂੰ ਜਗਾਇਆ। ਅਸੀਂ ਉੱਠ ਕੇ ਬਾਹਰ ਦੇਖਣ ਗਏ ਤਾਂ ਬਾਹਰ ਸਾਰੇ ਖੜੇ ਸੀ। ਮੈਨੂੰ ਦੇਖ ਕੇ ਮੇਰੀ ਸੱਸ ਕਹਿਣ ਲੱਗੀ ਕਿ ਆਹ ਦਿਨ ਦੇਖਣ ਦੇ ਲਈ ਤੂੰ ਆਪਣੀ ਭੈਣ ਨੂੰ ਇਸ ਘਰ ਵਿੱਚ ਰੱਖਿਆ ਸੀ? ਇਹਨੇ ਤਾਂ ਮੇਰੀ ਧੀ ਦੀ ਜ਼ਿੰਦਗੀ ਬਰਬਾਦ ਕਰ ਦੇਣੀ ਆ। ਇਹਨੇ ਤਾਂ ਮੇਰੀ ਧੀ ਦਾ ਘਰ ਹੀ ਉਜਾੜ ਦਿੱਤਾ। ਜਦੋਂ ਮੈਂ ਉੱਥੇ ਗਈ ਤਾਂ ਮੇਰੀ ਭੈਣ ਮੈਨੂੰ ਦੇਖ ਕੇ ਮੇਰੇ ਕੋਲ ਆ ਕੇ ਮੇਰੇ ਗਲ ਲੱਗ ਕੇ ਰੋਣ ਲੱਗ ਪਈ। ਮੈਨੂੰ ਕਹਿਣ ਲੱਗੀ ਕਿ ਮੈਂ ਇਹਨਾਂ ਨੂੰ ਆਪਣੇ ਕਮਰੇ 'ਚ ਨਹੀਂ ਬੁਲਾਇਆ, ਇਹ ਤਾਂ ਆਪ ਹੀ ਮੇਰੇ ਕਮਰੇ ਵਿੱਚ ਆਏ ਸੀ। ਮੇਰੀ ਭੈਣ ਦਾ ਇਸ਼ਾਰਾ ਮੇਰੀ ਨਣਦ ਦੇ ਘਰ ਵਾਲੇ ਵੱਲ ਸੀ, ਪਰ ਮੇਰਾ ਜੀਜਾ ਤਾਂ ਮੇਰੀ ਭੈਣ ਤੋਂ ਹੀ ਤੋਹਮਤਾਂ ਲਾ ਰਿਹਾ ਸੀ ਤੇ ਕਹਿ ਰਿਹਾ ਸੀ ਕਿ ਇਹਨੇ ਖੁਦ ਮੈਨੂੰ ਬੁਲਾਇਆ। ਪਰ ਘਰ ਵਿੱਚ ਫਿਰ ਤਮਾਸ਼ਾ ਖੜਾ ਹੋ ਗਿਆ। ਮੈਨੂੰ ਤਾਂ ਸ਼ਰਮ ਆ ਰਹੀ ਸੀ। ਉੱਧਰ ਮੇਰੀ ਭੈਣ ਦਾ ਵੀ ਰੋ ਰੋ ਕੇ ਬੁਰਾ ਹਾਲ ਸੀ। ਮੈਨੂੰ ਪਤਾ ਸੀ ਕਿ ਮੇਰੀ ਭੈਣ ਕਦੇ ਵੀ ਇਸ ਤਰ੍ਹਾਂ ਨਹੀਂ ਕਰ ਸਕਦੀ ਤੇ ਮੈਂ ਤਾਂ ਆਪਣੀ ਨਨਾਣ ਦੇ ਘਰ ਵਾਲੇ ਨੂੰ ਤਾਂ ਪਹਿਲਾਂ ਤੋਂ ਹੀ ਦੁਖੀ ਸੀ, ਕਿਉਂਕਿ ਮੈਨੂੰ ਪਤਾ ਸੀ ਕਿ ਨਨਾਣ ਦਾ ਪਤੀ ਮੈਨੂੰ ਵੀ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰਦਾ ਸੀ। ਹੁਣ ਮੇਰੀ ਭੈਣ ਦੀ ਜਵਾਨੀ ਨੂੰ ਦੇਖ ਕੇ ਉਸ ਦੀ ਗੰਦੀ ਨਜ਼ਰ ਉਸ ਉੱਪਰ ਰੱਖ ਲਈ ਸੀ। ਮੇਰੀ ਨਨਾਣ ਨੂੰ ਵੀ ਪਤਾ ਸੀ ਕਿ ਮੇਰੀ ਭੈਣ ਦਾ ਕੋਈ ਕਸੂਰ ਨਹੀਂ। ਉਹ ਮੇਰੇ ਵੱਲ ਸ਼ਰਮ ਭਰੀਆਂ ਅੱਖਾਂ ਨਾਲ ਦੇਖ ਰਹੀ ਸੀ। ਮੇਰੀ ਨਨਾਣ ਵੀ ਜਾਣਦੀ ਸੀ ਕਿ ਉਸ ਦੇ ਪਤੀ ਦਾ ਹੀ ਕਸੂਰ ਆ, ਪਰ ਉਹ ਸਭ ਦੇ ਸਾਹਮਣੇ ਇਹ ਨਹੀਂ ਸੀ ਕਹਿ ਸਕਦੀ। ਮੇਰੀ ਸੱਸ ਇਸ ਗੱਲ ਨੂੰ ਮੰਨਣ ਨੂੰ ਤਿਆਰ ਹੀ ਨਹੀਂ ਸੀ। ਮੇਰੀ ਨਨਾਣ ਨੇ ਇਸ ਗੱਲ ਨੂੰ ਉੱਥੇ ਹੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਤੇ ਕਿਹਾ, ਸ਼ਾਇਦ ਆਪਾਂ ਨੂੰ ਭੁਲੇਖਾ ਲੱਗ ਗਿਆ, ਤੇ ਫਿਰ ਸਾਰਿਆਂ ਨੂੰ ਆਪੋ ਆਪਣੇ ਕਮਰੇ ਵਿੱਚ ਜਾਣ ਲਈ ਕਹਿ ਦਿੱਤਾ। ਜਦੋਂ ਮੈਂ ਆਪਣੇ ਕਮਰੇ ਵਿੱਚ ਆਈ ਤਾਂ ਮੇਰੇ ਪਤੀ ਨੇ ਵੀ ਮੈਨੂੰ ਬਹੁਤ ਗੱਲਾਂ ਸੁਣਾਈਆਂ ਤੇ ਮੈਨੂੰ ਕਹਿਣ ਲੱਗੇ ਕਿ ਤੇਰੀ ਭੈਣ ਦੀਆਂ ਆਦਤਾਂ ਸਹੀ ਨਹੀਂ, ਉਹ ਮੈਨੂੰ ਵੀ ਅਜੀਬ ਤਰ੍ਹਾਂ ਦੇ ਇਸ਼ਾਰੇ ਕਰਦੀ ਆ। ਜਦੋਂ ਮੈਂ ਆਪਣੇ ਘਰ ਵਾਲੇ ਦੇ ਮੂੰਹੋਂ ਇਹ ਗੱਲ ਸੁਣੀ ਤਾਂ ਮੈਨੂੰ ਬੜਾ ਗੁੱਸਾ ਆਇਆ, ਕਿਉਂਕਿ ਮੈਂ ਜਾਣਦੀ ਸੀ ਕਿ ਮੇਰੀ ਭੈਣ ਇਸ ਤਰ੍ਹਾਂ ਦੀ ਨਹੀਂ। ਮੈਨੂੰ ਪੂਰਾ ਪਤਾ ਸੀ ਕਿ ਮੇਰਾ ਪਤੀ ਆਪਣੀ ਮਾਂ ਦੀ ਗੱਲ ਵਿੱਚ ਹੀ ਬੋਲ ਰਿਹਾ। ਉਹ ਸਭ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਸਾਬਤ ਕਰਨਾ ਚਾਹੁੰਦੇ ਸੀ। ਮੈਂ ਆਪਣੀ ਭੈਣ ਤੇ ਇਹ ਇਲਜ਼ਾਮ ਨੂੰ ਸੁਣ ਕੇ ਬਹੁਤ ਦੁਖੀ ਹੋਈ। ਮੈਂ ਆਪਣੀ ਭੈਣ ਨੂੰ ਚੰਗੀ ਤਰ੍ਹਾਂ ਜਾਣਦੀ ਸੀ ਮੇਰੀ ਭੈਣ ਕਿਵੇਂ ਦੀ ਆ, ਪਰ ਮੈਂ ਚੁੱਪਚਾਪ ਸਭ ਕੁਝ ਸੁਣ ਰਹੀ ਸੀ। ਇਹ ਸਭ ਸੁਣਨ ਲਈ ਮੈਂ ਮਜਬੂਰ ਸੀ, ਕਿਉਂਕਿ ਸਾਨੂੰ ਦੋਹਾਂ ਭੈਣਾਂ ਦੇ ਅੱਗੇ ਪਿੱਛੇ ਕੋਈ ਨਹੀਂ ਸੀ ਜੋ ਸਾਡੇ ਪੱਖ ਵਿੱਚ ਕੋਈ ਬੋਲਦਾ। ਇਹੀ ਵਜ੍ਹਾ ਸੀ ਕਿ ਸਾਰੇ ਲੋਕ ਸਾਨੂੰ ਬੇਸਹਾਰਾ ਸਮਝ ਕੇ ਸਾਡੇ ਤੇ ਇਸ ਤਰ੍ਹਾਂ ਇਲਜ਼ਾਮ ਲਗਾਉਂਦੇ ਸੀ। ਸਾਰੇ ਸ਼ਾਇਦ ਸੌਂ ਗਏ ਸੀ, ਪਰ ਮੈਂ ਪੂਰੀ ਰਾਤ ਜਾਗਦੀ ਰਹੀ। ਮੇਰੇ ਦਿਮਾਗ ਵਿੱਚ ਪਤਾ ਨਹੀਂ ਕਿਹੜੀਆਂ ਗੱਲਾਂ ਦੀਆਂ ਸੋਚਾਂ ਚੱਲ ਰਹੀਆਂ ਸੀ। ਮੇਰੀ ਨੀਂਦ ਉੱਡ ਪੁੱਡ ਗਈ ਸੀ। ਮੇਰੇ ਦਿਮਾਗ 'ਚ ਇੱਕ ਗੱਲ ਹੀ ਆ ਰਹੀ ਸੀ, ਮੇਰੀ ਭੈਣ ਇਕੱਲੀ ਆਖਰ ਕਿੱਥੇ ਜਾਵੇਗੀ? ਮੇਰੀ ਸੱਸ ਤਾਂ ਹਰ ਵਕਤ ਖਰਚੇ ਤੇ ਮਹਿੰਗਾਈ ਦੇ ਰੋਣੇ ਰੋਂਦੀ ਰਹਿੰਦੀ ਆ। ਹੁਣ ਤਾਂ ਉਸ ਨੂੰ ਇੱਕ ਹੋਰ ਨਵੀਂ ਗੱਲ ਮਿਲ ਗਈ ਆ। ਮੈਨੂੰ ਪਤਾ ਸੀ ਹੁਣ ਮੇਰੀ ਸੱਸ ਆਪਣੇ ਜਵਾਈ ਵਾਲੀ ਗੱਲ ਦਾ ਵੀ ਤਾਨਾ ਦੇਵੇਗੀ। ਉਹ ਕਹੇਗੀ ਕਿ ਮੈਂ ਹੁਣ ਇਸ ਨੂੰ ਆਪਣੇ ਘਰ ਵਿੱਚ ਨਹੀਂ ਰੱਖ ਸਕਦੀ, ਇਹਨੇ ਤਾਂ ਮੇਰੀ ਧੀ ਦਾ ਘਰ ਉਜਾੜ ਦੇਣਾ ਸੀ। ਇਹ ਸੋਚਦੇ ਮੇਰੀ ਸਵੇਰੇ ਅੱਖ ਲੱਗ ਗਈ ਤੇ ਮੈਂ ਉੱਠਣ ਵਿੱਚ ਥੋੜੀ ਲੇਟ ਹੋ ਗਈ। ਮੈਂ ਜਲਦੀ ਨਾਲ ਆਪਣੀ ਰਸੋਈ ਵਿੱਚ ਆਈ ਤਾਂ ਮੇਰੀ ਭੈਣ ਨਾਸ਼ਤਾ ਬਣਾ ਰਹੀ ਸੀ ਤੇ ਉਸ ਦੀਆਂ ਅੱਖਾਂ ਵੀ ਸੁੱਜੀਆਂ ਹੋਈਆਂ ਸੀ। ਸ਼ਾਇਦ ਉਹ ਵੀ ਪੂਰੀ ਰਾਤ ਨਹੀਂ ਸੁੱਤੀ ਸੀ। ਮੇਰੀ ਭੈਣ ਮੇਰੇ ਵੱਲ ਵੇਖ ਕੇ ਝੂਠਾ ਜਿਹਾ ਮੁਸਕਰਾਉਣ ਲੱਗੀ, ਪਰ ਮੈਨੂੰ ਪਤਾ ਸੀ ਕਿ ਉਹ ਅੰਦਰੋਂ ਕਿਵੇਂ ਦੁਖੀ ਆ। ਜਦੋਂ ਮੇਰੀ ਨਨਾਣ ਉੱਠ ਕੇ ਸਾਡੇ ਕੋਲ ਆਈ ਤਾਂ ਉਹ ਰਾਤ ਵਾਲੀ ਗੱਲ ਨੂੰ ਲੈ ਕੇ ਕੁਝ ਨਾ ਬੋਲੀ, ਜਿਵੇਂ ਕੁਝ ਘਰ ਵਿੱਚ ਹੋਇਆ ਹੀ ਨਾ ਹੋਵੇ। ਉਸਨੇ ਨਾਸ਼ਤਾ ਕਰਨ ਦੇ ਬਾਅਦ ਆਪਣੇ ਘਰ ਵਾਪਸ ਜਾਣ ਦੀ ਤਿਆਰੀ ਸ਼ੁਰੂ ਕਰ ਦਿੱਤੀ। ਉਹ ਇੰਨੀ ਜਲਦੀ ਵਿੱਚ ਵਾਪਸ ਜਾਣ ਲੱਗੀ, ਇਸ ਗੱਲ ਤੇ ਵੀ ਮੇਰੀ ਸੱਸ ਮੇਰੇ ਕੋਲ ਆਈ ਤੇ ਕਹਿਣ ਲੱਗੀ, ਤੁਹਾਡੀ ਵਜ੍ਹਾ ਨਾਲ ਹੀ ਅੱਜ ਇਹ ਛੇਤੀ ਘਰ ਵਾਪਸ ਜਾ ਰਹੀ ਆ। ਉਹ ਤਾਂ ਕੁਝ ਦਿਨਾਂ ਦੇ ਲਈ ਇੱਥੇ ਰਹਿਣ ਲਈ ਆਈ ਸੀ। ਮੈਨੂੰ ਪਤਾ ਸੀ ਕਿ ਉਹ ਮੇਰੀ ਭੈਣ ਦੀ ਵਜ੍ਹਾ ਕਰਕੇ ਵਾਪਸ ਨਹੀਂ ਸੀ ਜਾ ਰਹੀ। ਉਹ ਤਾਂ ਆਪਣੇ ਪਤੀ ਦੀ ਗੱਲ ਤੋਂ ਜਲਦੀ ਵਾਪਸ ਜਾ ਰਹੀ ਸੀ। ਜਦੋਂ ਉਹ ਜਾਣ ਲਈ ਤਿਆਰ ਹੋ ਗਈ ਤਾਂ ਉਹਨੇ ਜਾਣ ਵੇਲੇ ਮੇਰੇ ਤੋਂ ਮਾफ़ੀ ਮੰਗਣ ਲੱਗੀ। ਉਹਨੇ ਕਿਹਾ, ਜੋ ਕੁਝ ਵੀ ਕੀਤਾ ਮੈਨੂੰ ਪਤਾ ਮੇਰੇ ਪਤੀ ਨੇ ਹੀ ਕਰਿਆ ਸੀ। ਮੈਂ ਇਹ ਗੱਲ ਕਿਸੇ ਨੂੰ ਨਹੀਂ ਸੀ ਦੱਸ ਸਕਦੀ। ਜੇ ਮੈਂ ਇਹ ਗੱਲ ਆਪਣੇ ਪਤੀ ਜਾਂ ਸੱਸ ਕੋਲ ਕਰਦੀ ਤਾਂ ਫਿਰ ਘਰ ਵਿੱਚ ਜੰਗ ਛਿੜ ਪੈਣੀ ਸੀ। ਹੁਣ ਤਾਂ ਮੇਰੇ ਦਿਮਾਗ ਵੀ ਥੱਕ ਚੁੱਕਾ ਸੀ। ਮੈਂ ਹੋਰ ਕੁਝ ਨਹੀਂ ਸੀ ਕਰ ਸਕਦੀ।
ਮੇਰਾ ਦਿਲ ਕਰਦਾ ਸੀ ਕਿ ਮੈਂ ਵੀ ਇਸ ਘਰ ਨੂੰ ਛੱਡ ਕੇ ਚਲੀ ਜਾਵਾਂ। ਮੈਂ ਉੱਥੇ ਜਾਵਾਂ ਜਿੱਥੇ ਮੈਨੂੰ ਕੋਈ ਨਾ ਜਾਣਦਾ ਹੋਵੇ ਤੇ ਮੈਨੂੰ ਕੋਈ ਪਰੇਸ਼ਾਨ ਨਾ ਕਰੇ। ਮੈਂ ਤਾਂ ਜਦੋਂ ਵੀ ਰੋਂਦੀ ਸੀ ਤਾਂ ਆਪਣੀ ਸੱਸ ਅਤੇ ਆਪਣੇ ਘਰ ਵਾਲੇ ਤੋਂ ਚੋਰੀ ਛੁਪੇ ਰੋਂਦੀ ਸੀ ਤੇ ਆਪਣਾ ਮਨ ਹਲਕਾ ਕਰ ਲੈਂਦੀ ਸੀ, ਕਿਉਂਕਿ ਮੇਰੀ ਸੱਸ ਨੂੰ ਤਾਂ ਮੈਂ ਤੇ ਮੇਰੀਆਂ ਧੀਆਂ ਬਹੁਤ ਬੁਰੀਆਂ ਲੱਗਦੀਆਂ ਸੀ। ਜੇ ਮੈਨੂੰ ਮੇਰੀਆਂ ਕੁੜੀਆਂ ਨੂੰ ਉਹ ਰੋਂਦੇ ਹੋਏ ਦੇਖ ਲੈਂਦੀ ਤਾਂ ਉਹ ਮੇਰੇ ਨਾਲ ਲੜਾਈ ਕਰਨੀ ਸ਼ੁਰੂ ਕਰ ਦਿੰਦੀ। ਮੇਰੀ ਜ਼ਿੰਦਗੀ ਵਿੱਚ ਤਾਂ ਬਸ ਦੁੱਖ ਹੀ ਦੁੱਖ ਲਿਖੇ ਸੀ। ਹੁਣ ਤਾਂ ਹਰ ਦਮ ਚਿਹਰੇ ਤੇ ਉਦਾਸੀ ਰਹਿੰਦੀ। ਇੱਕ ਦਿਨ ਮੇਰੀ ਭੈਣ ਮੇਰੇ ਕੋਲ ਆ ਗਈ ਤੇ ਕਹਿਣ ਲੱਗੀ, ਮੈਂ ਹੁਣ ਇੱਥੇ ਨਹੀਂ ਰਹਿ ਸਕਦੀ ਕਿਉਂਕਿ ਤੇ ਮੇਰੀ ਵਜ੍ਹਾ ਨਾਲ ਤੁਹਾਨੂੰ ਬਹੁਤ ਤਕਲੀਫ ਹੁੰਦੀ ਆ। ਫਿਰ ਮੈਂ ਆਪਣੀ ਭੈਣ ਨੂੰ ਕਿਹਾ, ਨਹੀਂ, ਥੋੜੇ ਦਿਨ ਦੇ ਲਈ ਹੋਰ ਇੱਥੇ ਰਹਿਣਾ ਪਵੇਗਾ। ਮੈਂ ਜਲਦੀ ਹੀ ਤੇਰੇ ਲਈ ਕੋਈ ਰਿਸ਼ਤਾ ਦੇਖ ਕੇ ਤੇਰਾ ਦੂਜਾ ਵਿਆਹ ਕਰਾ ਦੇਵਾਂਗੀ, ਫਿਰ ਤੂੰ ਆਪਣੇ ਘਰੇ ਚਲੀ ਜਾਵੀਂ। ਮੈਂ ਆਪਣੀ ਭੈਣ ਨੂੰ ਨਾ ਤਾਂ ਆਪਣੇ ਮਾਮੇ ਕੋਲ ਭੇਜ ਸਕਦੀ ਸੀ। ਫਿਰ ਦਿਨ ਇਵੇਂ ਹੀ ਲੰਘਦੇ ਗਏ। ਇੱਕ ਦਿਨ ਮੇਰੀ ਭੈਣ ਮੇਰੇ ਕੋਲ ਆ ਕੇ ਰੋਣ ਲੱਗੀ, ਪਰ ਉਸ ਤੋਂ ਬੋਲਿਆ ਨਹੀਂ ਸੀ ਜਾ ਰਿਹਾ। ਮੈਨੂੰ ਪਤਾ ਸੀ ਸ਼ਾਇਦ ਮੇਰੀ ਸੱਸ ਨੇ ਹੀ ਉਸ ਨੂੰ ਕੁਝ ਕਿਹਾ ਹੋਵੇਗਾ, ਪਰ ਜਦੋਂ ਉਹ ਬੋਲੀ ਤਾਂ ਕਹਿਣ ਲੱਗੀ, ਦੀਦੀ ਤੁਹਾਡਾ ਸਹੁਰਾ। ਅੱਗੇ ਉਸ ਤੋਂ ਕੁਝ ਵੀ ਨਾ ਬੋਲਿਆ ਗਿਆ ਤੇ ਉਧਰੋਂ ਮੇਰੀ ਸੱਸ ਦੀ ਆਵਾਜ਼ ਆ ਗਈ। ਉਹ ਮੈਨੂੰ ਕਹਿਣ ਲੱਗੀ ਕਿ ਜਲਦੀ ਜਲਦੀ ਖਾਣਾ ਬਣਾ ਲਾ, ਘਰ ਵਿੱਚ ਕੁਝ ਰਿਸ਼ਤੇਦਾਰ ਆਉਣ ਵਾਲੇ ਆ। ਮੈਂ ਜਲਦੀ ਆਪਣੀ ਸੱਸ ਦੀ ਆਵਾਜ਼ ਸੁਣੀ ਤੇ ਕਮਰੇ ਤੋਂ ਬਾਹਰ ਆ ਗਈ, ਪਰ ਮੇਰੇ ਦਿਲ ਵਿੱਚ ਡਰ ਸੀ। ਪਤਾ ਨਹੀਂ ਮੇਰੇ ਸਹੁਰੇ ਨੇ ਮੇਰੀ ਭੈਣ ਨੂੰ ਕੀ ਕਿਹਾ। ਮੈਂ ਜਦੋਂ ਦੁਬਾਰਾ ਆਪਣੀ ਭੈਣ ਤੋਂ ਪੁੱਛਣ ਦੀ ਕੋਸ਼ਿਸ਼ ਕਰੀ ਤਾਂ ਉਸਨੇ ਮੈਨੂੰ ਕੋਈ ਵੀ ਗੱਲ ਨਾ ਦੱਸੀ ਤੇ ਮੇਰੀ ਗੱਲ ਨੂੰ ਟਾਲ ਦਿੱਤਾ। ਮੈਨੂੰ ਸ਼ੱਕ ਸੀ ਕਿ ਉਹ ਮੇਰੇ ਤੋਂ ਕੁਝ ਨਾ ਕੁਝ ਜ਼ਰੂਰ ਲੁਕੋ ਰਹੀ ਆ। ਫਿਰ ਮੈਂ ਜਲਦੀ ਰਸੋਈ ਵਿੱਚ ਕੰਮ ਕਰਨ ਲੱਗ ਗਈ। ਮੇਰਾ ਧਿਆਨ ਉਸ ਗੱਲ ਤੋਂ ਹਟ ਗਿਆ। ਹੁਣ ਮੇਰੀ ਭੈਣ ਬਹੁਤ ਹੀ ਜ਼ਿਆਦਾ ਡਰੀ ਤੇ ਸਹਿਮੀ ਹੋਈ ਸੀ। ਮੈਂ ਉਸ ਤੋਂ ਪੁੱਛਦੀ ਤਾਂ ਉਹ ਮੈਨੂੰ ਅੱਗੋਂ ਕੁਝ ਨਾ ਦੱਸਦੀ। ਮੈਨੂੰ ਲੱਗਦਾ ਸੀ ਕਿ ਉਹ ਮੈਨੂੰ ਕੁਝ ਦੱਸਣਾ ਤਾਂ ਚਾਹੁੰਦੀ ਆ, ਪਰ ਉਸ ਦੇ ਡਰ ਦੇ ਕਾਰਨ ਉਹ ਮੈਨੂੰ ਨਹੀਂ ਦੱਸ ਰਹੀ ਸੀ। ਜਦੋਂ ਵੀ ਮੈਂ ਆਪਣੀ ਭੈਣ ਦੇ ਕੋਲ ਬੈਠਣ ਦੀ ਕੋਸ਼ਿਸ਼ ਕਰਦੀ ਤਾਂ ਪਤਾ ਨਹੀਂ ਮੇਰੀ ਸੱਸ ਕਿੱਥੋਂ ਆ ਟਪਕਦੀ। ਮੈਨੂੰ ਹੁਣ ਆਪਣੀ ਸੱਸ ਤੇ ਸ਼ੱਕ ਹੋਣ ਲੱਗਿਆ। ਮੈਨੂੰ ਪਤਾ ਸੀ ਕਿ ਮੇਰੀ ਸੱਸ ਵੀ ਨਹੀਂ ਚਾਹੁੰਦੀ ਸੀ ਮੈਂ ਆਪਣੀ ਭੈਣ ਦੇ ਨਾਲ ਗੱਲ ਕਰਾਂ। ਸ਼ਾਇਦ ਉਹ ਡਰਦੀ ਸੀ ਕਿ ਮੇਰੀ ਭੈਣ ਦੀ ਕੋਈ ਗੱਲ ਮੈਨੂੰ ਪਤਾ ਨਾ ਲੱਗ ਜਾਵੇ, ਪਰ ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ। ਫਿਰ ਮੈਨੂੰ ਲੱਗਿਆ ਸ਼ਾਇਦ ਸੱਸ ਮੇਰੇ ਤੇ ਮੇਰੀ ਭੈਣ ਤੇ ਨਿਗਾਹ ਰੱਖਦੀ ਆ। ਅਸੀਂ ਕੋਈ ਵੀ ਗੱਲਬਾਤ ਨਾ ਕਰ ਲਈਏ। ਇੱਕ ਦਿਨ ਮੈਂ ਆਪਣੀ ਭੈਣ ਦੇ ਰਿਸ਼ਤੇ ਲਈ ਸਾਡੇ ਗਵਾਂਢ ਵਿੱਚ ਰਹਿੰਦੀ ਆਂਟੀ ਨੂੰ ਕਿਹਾ ਕਿ ਕੋਈ ਵਧੀਆ ਜਿਹਾ ਰਿਸ਼ਤਾ ਲੱਭ ਦਿਓ ਜੋ ਮੇਰੀ ਭੈਣ ਦਾ ਖਿਆਲ ਰੱਖੇ, ਤੇ ਉਸਨੇ ਕਿਹਾ ਕਿ ਕੋਈ ਗੱਲ ਨਹੀਂ, ਮੈਂ ਲੱਭ ਦੇਵਾਂਗੀ। ਮੈਨੂੰ ਵੀ ਯਕੀਨ ਆ ਗਿਆ ਕਿ ਉਹ ਮੇਰੀ ਭੈਣ ਲਈ ਕੋਈ ਨਾ ਕੋਈ ਰਿਸ਼ਤਾ ਜ਼ਰੂਰ ਲੱਭ ਲਵੇਗੀ। ਇੱਕ ਦਿਨ ਜਦੋਂ ਮੈਂ ਸਵੇਰੇ ਉੱਠੀ ਤਾਂ ਬਾਹਰ ਅਜੀਬ ਤਰ੍ਹਾਂ ਦੀਆਂ ਆਵਾਜ਼ਾਂ ਆ ਰਹੀਆਂ ਸੀ। ਜਦੋਂ ਮੈਂ ਆਪਣੇ ਕਮਰੇ ਤੋਂ ਬਾਹਰ ਆਈ ਤਾਂ ਮੈਂ ਦੇਖ ਕੇ ਹੈਰਾਨ ਰਹਿ ਗਈ। ਮੇਰੀ ਸੱਸ ਉੱਚੀ ਬੋਲ ਰਹੀ ਸੀ। ਮੇਰਾ ਸਹੁਰਾ ਵੀ ਉੱਥੇ ਖੜਾ ਸੀ। ਮੇਰੀ ਭੈਣ ਦੀ ਬਾਂਹ ਮੇਰੀ ਸੱਸ ਨੇ ਜ਼ੋਰ ਨਾਲ ਫੜ ਰੱਖੀ ਸੀ। ਜਦੋਂ ਮੈਂ ਗਈ ਤਾਂ ਮੈਂ ਆਪਣੀ ਭੈਣ ਦੀ ਬਾਂਹ ਨੂੰ ਆਪਣੀ ਸੱਸ ਤੋਂ ਛੁਡਵਾ ਲਿਆ ਤੇ ਕਿਹਾ, ਕਿਉਂ ਤਮਾਸ਼ਾ ਬਣਾਇਆ ਤੁਸੀਂ? ਜਦੋਂ ਤੁਹਾਡਾ ਜੀਅ ਕਰਦਾ ਤੁਸੀਂ ਮੇਰੀ ਭੈਣ ਤੇ ਇਹੀ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੰਦੇ ਹੋ। ਪਹਿਲਾਂ ਕਦੇ ਵੀ ਮੈਂ ਆਪਣੀ ਸੱਸ ਨਾਲ ਇਸ ਤਰ੍ਹਾਂ ਵਿਵਹਾਰ ਨਹੀਂ ਕਰਿਆ ਸੀ। ਅੱਜ ਮੈਂ ਆਪਣੀ ਸੱਸ ਨਾਲ ਪੂਰੇ ਗੁੱਸੇ ਵਿੱਚ ਨਾਲ ਗੱਲ ਕਰ ਰਹੀ ਸੀ। ਜਦੋਂ ਮੈਂ ਆਪਣੀ ਸੱਸ ਤੋਂ ਗੁੱਸੇ ਵਿੱਚ ਪੁੱਛਣ ਲੱਗੀ ਤਾਂ ਮੇਰੀ ਸੱਸ ਕਹਿਣ ਲੱਗੀ ਕਿ ਅੱਜ ਮੈਂ ਤੇਰੀ ਭੈਣ ਦੀ ਕਰਤੂਤ ਤੈਨੂੰ ਦੱਸ ਕੇ ਹੀ ਰਵਾਂਗੀ। ਉਹ ਮੇਰੀ ਬਾਂਹ ਫੜ ਕੇ ਆਪਣੇ ਪਤੀ ਜਾਣੀ ਕਿ ਮੇਰੇ ਸਹੁਰੇ ਦੇ ਕਮਰੇ ਵਿੱਚ ਲੈ ਗਈ। ਜਦੋਂ ਉਸਨੇ ਬੈੱਡ ਤੇ ਸਿਰਹਾਣਾ ਚੁੱਕਿਆ ਤਾਂ ਸਿਰਹਾਣੇ ਦੇ ਥੱਲੇ ਮੇਰੀ ਭੈਣ ਦੀਆਂ ਚੂੜੀਆਂ ਪਈਆਂ ਸੀ ਤੇ ਉਸ ਦੀਆਂ ਕੁਝ ਪਰਸਨਲ ਚੀਜ਼ਾਂ ਵੀ ਉੱਥੇ ਪਈਆਂ ਸੀ। ਮੇਰੀ ਸੱਸ ਕਹਿਣ ਲੱਗੀ ਕਿ ਪਹਿਲਾਂ ਤਾਂ ਇਹ ਮੇਰੇ ਜਵਾਈ ਤੇ ਜਾਲ ਵਿਛਾ ਰਹੀ ਸੀ ਤੇ ਹੁਣ ਇਹ ਇਹੋ ਜਿਹਾ ਕੰਮ ਕਰਦੀ ਆ। ਮੇਰੀ ਸੱਸ ਕਹਿਣ ਲੱਗੀ ਕਿ ਤੁਸੀਂ ਦੋਨੋਂ ਭੈਣਾਂ ਤੇ ਸਣੇ ਤੂੰ ਆਪਣੀਆਂ ਕੁੜੀਆਂ ਲੈ ਕੇ ਮੇਰੇ ਘਰ ਚੋਂ ਨਿਕਲ ਜਾ। ਇੰਨਾ ਸਭ ਕੁਝ ਹੋ ਰਿਹਾ ਸੀ, ਪਰ ਮੇਰਾ ਪਤੀ ਕੁਝ ਨਾ ਬੋਲਿਆ ਤੇ ਨਾ ਹੀ ਮੇਰਾ ਸਹੁਰਾ ਬੋਲਿਆ। ਉਹ ਤਾਂ ਖੜੇ ਬਸ ਤਮਾਸ਼ਾ ਹੀ ਦੇਖ ਰਹੇ ਸੀ। ਫਿਰ ਮੈਂ ਆਪਣੇ ਸਹੁਰੇ ਕੋਲ ਗਈ ਤੇ ਮੈਂ ਉਹਨਾਂ ਨੂੰ ਕਿਹਾ ਕਿ ਪਾਪਾ ਜੀ, ਤੁਸੀਂ ਮੈਨੂੰ ਦੱਸੋ ਕਿ ਆਖਰ ਸੱਚਾਈ ਕੀ ਆ। ਉਹ ਤਾਂ ਮੈਨੂੰ ਦੇਖ ਕੇ ਨੀਵੀਂ ਪਾਈ ਖੜੇ ਤੇ ਚੁੱਪਚਾਪ ਬਾਹਰ ਨੂੰ ਚਲੇ ਗਏ। ਮੇਰੀ ਸੱਸ ਨੇ ਤਾਂ ਚੰਗੀ ਤਰ੍ਹਾਂ ਤਮਾਸ਼ਾ ਬਣਾ ਦਿੱਤਾ ਸੀ। ਆਂਢ ਗੁਆਂਢ ਦੇ ਲੋਕ ਵੀ ਕੰਧਾਂ ਤੇ ਚੜ੍ਹ ਕੇ ਸਾਡੇ ਘਰ ਦੇ ਵੱਲ ਵੇਖ ਰਹੇ ਸੀ। ਹੁਣ ਤਾਂ ਮੇਰੇ ਕੋਲ ਕੋਈ ਵੀ ਰਸਤਾ ਨਹੀਂ ਸੀ। ਮੈਂ ਆਪਣੀ ਭੈਣ ਨੂੰ ਕਿੱਥੇ ਭੇਜਦੀ। ਫਿਰ ਸਾਡੀ ਗਵਾਂਢਣ ਆਈ ਜਿਸ ਨੂੰ ਮੈਂ ਆਪਣੀ ਭੈਣ ਦੇ ਰਿਸ਼ਤੇ ਲਈ ਕਿਹਾ ਸੀ। ਉਹ ਮੈਨੂੰ ਕਹਿਣ ਲੱਗੀ, ਤੇਰੀ ਭੈਣ ਇੰਨੀ ਬੇਇੱਜ਼ਤੀ ਕਰੀ ਆ, ਤੂੰ ਇਹਨਾਂ ਸਭ ਕੁਝ ਕਿਵੇਂ ਸਹਿ ਰਹੀ ਆ? ਤੇਰੇ ਤੇ ਤੇਰੀ ਭੈਣ ਤੇ ਜ਼ੁਲਮ ਹੋ ਰਿਹਾ ਤੇ ਤੈਨੂੰ ਪਤਾ ਨਹੀਂ ਕੋਈ ਵੀ ਮਰਦ ਔਰਤ ਨੂੰ ਨਹੀਂ ਬਖਸ਼ਦਾ। ਤੂੰ ਮੇਰੀ ਗੱਲ ਮੰਨ, ਆਪਣੀ ਭੈਣ ਨੂੰ ਮੇਰੇ ਨਾਲ ਭੇਜ ਦੇ, ਮੈਂ ਇਸ ਦਾ ਖਿਆਲ ਰੱਖਾਂਗੀ। ਮੈਂ ਤਾਂ ਸੋਚ ਹੀ ਰਹੀ ਸੀ ਕਿ ਮੈਂ ਹੁਣ ਕੀ ਕਰਾਂ। ਮੈਂ ਆਪਣੀ ਭੈਣ ਨੂੰ ਉਸ ਦੇ ਨਾਲ ਹੀ ਵੀ ਨਹੀਂ ਭੇਜ ਸਕਦੀ ਸੀ ਕਿਉਂਕਿ ਮੇਰੇ ਮਨ ਵਿੱਚ ਫਿਰ ਵੀ ਡਰ ਸੀ, ਪਰ ਮੈਨੂੰ ਆਂਟੀ ਤੇ ਵੀ ਵਿਸ਼ਵਾਸ ਸੀ ਕਿ ਉਹ ਮੇਰੇ ਨਾਲ ਧੋਖਾ ਨਹੀਂ ਕਰ ਸਕਦੀ। ਉਧਰ ਮੈਨੂੰ ਮੇਰੀ ਸੱਸ ਵੀ ਸੱਚੀ ਲੱਗ ਰਹੀ ਸੀ ਕਿਉਂਕਿ ਮੇਰੇ ਸਹੁਰੇ ਦੇ ਬੈੱਡ ਤੇ ਮੇਰੀ ਭੈਣ ਦਾ ਸਮਾਨ ਸੀ।
ਮੈਨੂੰ ਘਰ ਦਾ ਇਸ ਤਰ੍ਹਾਂ ਦਾ ਮਾਹੌਲ ਦੇਖ ਕੇ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਆਖਰ ਸੱਚਾਈ ਕੀ ਆ। ਫਿਰ ਜਿਸ ਦਿਨ ਮੈਂ ਆਪਣੀ ਭੈਣ ਨੂੰ ਸਾਡੀ ਗਵਾਂਢਣ ਆਂਟੀ ਦੇ ਨਾਲ ਭੇਜ ਦਿੱਤਾ ਤਾਂ ਉਸ ਦਿਨ ਤੋਂ ਬਾਅਦ ਮੇਰੀ ਸੱਸ ਬਹੁਤ ਖੁਸ਼ ਹੋਈ। ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਮੇਰੀ ਭੈਣ ਉਹਨਾਂ ਸਾਰਿਆਂ 'ਤੇ ਬੋਝ ਬਣ ਕੇ ਇੱਥੇ ਰਹਿ ਰਹੀ ਸੀ। ਮੈਂ ਅੰਦਰੋਂ ਅੰਦਰੀ ਬਹੁਤ ਦੁਖੀ ਸੀ। ਫਿਰ ਕੁਝ ਕੁ ਦਿਨਾਂ ਬਾਅਦ ਮੇਰੀ ਨਨਾਣ ਰੋਂਦੀ ਹੋਈ ਸਾਡੇ ਘਰ ਆਈ। ਜਦੋਂ ਉਹ ਇਸ ਤਰ੍ਹਾਂ ਅਚਾਨਕ ਇਸ ਹਾਲਾਤ ਵਿੱਚ ਸਾਡੇ ਕੋਲ ਆਈ ਤਾਂ ਸਾਰੇ ਹੀ ਪਰੇਸ਼ਾਨ ਹੋ ਗਏ। ਜੋ ਖਬਰ ਉਸਨੇ ਸੁਣਾ ਦਿੱਤੀ ਉਸ ਨੂੰ ਸੁਣ ਕੇ ਤਾਂ ਸਾਡੇ ਘਰਦਿਆਂ ਦੇ ਹੋਸ਼ ਉੱਡ ਗਏ। ਉਸਨੇ ਦੱਸਿਆ ਕਿ ਉਸਦੇ ਪਤੀ ਨੇ ਦੂਜਾ ਵਿਆਹ ਕਰਵਾ ਲਿਆ ਤੇ ਉਹ ਕਹਿਣ ਲੱਗੀ ਕਿ ਮੈਂ ਹੁਣ ਉਸ ਘਰ ਵਿੱਚ ਨਹੀਂ ਜਾ ਸਕਦੀ। ਮੈਂ ਤਾਂ ਤੁਹਾਨੂੰ ਦੱਸ ਨਹੀਂ ਸਕਦੀ ਕਿ ਮੇਰੇ ਘਰ ਵਾਲੇ ਦੇ ਬਾਹਰ ਨਜਾਇਜ਼ ਸੰਬੰਧ ਸਨ ਤੇ ਉਹ ਬਹੁਤ ਹੀ ਘਟੀਆ ਕਿਸਮ ਦਾ ਆਦਮੀ ਆ। ਮੈਨੂੰ ਇਸ ਤਰ੍ਹਾਂ ਲੱਗਦਾ ਸੀ ਕਿ ਉਹ ਕਦੇ ਨਾ ਕਦੇ ਸੁਧਰ ਜਾਵੇਗਾ। ਇਸ ਕਰਕੇ ਮੈਂ ਤੁਹਾਡੇ ਤੋਂ ਇਹ ਗੱਲ ਲਕੋਈ ਰੱਖੀ, ਪਰ ਹੁਣ ਤਾਂ ਸਿਰ ਤੋਂ ਪਾਣੀ ਉੱਪਰ ਲੰਘ ਗਿਆ। ਉਹ ਦੂਜਾ ਵਿਆਹ ਕਰਵਾ ਕੇ ਸਾਡੇ ਘਰ ਆ ਗਿਆ। ਮੈਂ ਇਹ ਸਭ ਕੁਝ ਆਪਣੇ ਅੱਖੀਂ ਨਹੀਂ ਸੀ ਦੇਖ ਸਕਦੀ, ਇਸ ਕਰਕੇ ਮੈਂ ਇੱਥੇ ਆ ਗਈ। ਹੁਣ ਮੈਂ ਕਦੇ ਵਾਪਸ ਨਹੀਂ ਜਾਵਾਂਗੀ। ਇਹ ਗੱਲ ਸੁਣ ਕੇ ਮੇਰੀ ਸੱਸ ਬੇਹੋਸ਼ ਹੋ ਗਈ। ਉਸ ਦਾ ਬੀਪੀ ਵੱਧ ਗਿਆ। ਉਧਰ ਮੇਰੀ ਨਨਾਣ ਦਾ ਵੀ ਰੋ ਰੋ ਕੇ ਬੁਰਾ ਹਾਲ ਸੀ। ਇੱਧਰ ਮੇਰੀ ਨਨਾਣ ਦਾ ਤੇ ਉਧਰ ਮੇਰੀ ਭੈਣ ਦਾ ਫਿਕਰ ਸੀ, ਕਿਉਂਕਿ ਉਸ ਨਾਲ ਵੀ ਮੇਰੀ ਕਈ ਦਿਨਾਂ ਤੋਂ ਗੱਲ ਨਹੀਂ ਹੋਈ ਸੀ। ਫਿਰ ਇੱਕ ਦਿਨ ਮੈਂ ਆਪਣੀ ਸੱਸ ਤੋਂ ਚੋਰੀ ਆਪਣੀ ਗੁਆਂਢਣ ਦੇ ਘਰ ਗਈ ਤੇ ਉਸ ਨੂੰ ਆਪਣੀ ਭੈਣ ਦੇ ਬਾਰੇ ਪੁੱਛਿਆ ਤਾਂ ਉਹ ਕਹਿਣ ਲੱਗੀ, ਤੂੰ ਬੇਫਿਕਰ ਹੋ ਜਾ, ਉਹ ਮੇਰੇ ਪੇਕੇ ਰਹਿ ਰਹੀ ਆ, ਮੈਂ ਹੁਣ ਉਹਦਾ ਵਿਆਹ ਕਰ ਦੇਵਾਂਗੀ। ਜਦੋਂ ਉਸਨੇ ਵਿਆਹ ਦਾ ਨਾਮ ਲਿਆ ਤਾਂ ਮੈਨੂੰ ਬੜੀ ਖੁਸ਼ੀ ਹੋਈ। ਮੈਂ ਪੁੱਛਿਆ ਕਿ ਮੁੰਡਾ ਕਿਹੋ ਜਿਹਾ, ਕਿੱਥੋਂ ਦਾ ਰਹਿਣ ਵਾਲਾ? ਤਾਂ ਉਹ ਕਹਿੰਦੀ, ਤੂੰ ਬੇਫਿਕਰ ਹੋ ਜਾ, ਮੇਰਾ ਭਾਣਜਾ ਉਸਦਾ ਨਾਂ। ਉਸ ਦਾ ਪਹਿਲਾਂ ਵਿਆਹ ਹੋਇਆ ਤੇ ਉਹਦੀ ਪਤਨੀ ਦੀ ਮੌਤ ਹੋ ਗਈ ਆ, ਇਸ ਕਰਕੇ ਹੁਣ ਉਸ ਦਾ ਦੂਜਾ ਵਿਆਹ ਕਰਨਾ। ਤਾਂ ਹੀ ਮੈਂ ਤੇਰੀ ਭੈਣ ਨੂੰ ਆਪਣੇ ਨਾਲ ਲੈ ਕੇ ਆਈ ਸੀ। ਮੇਰਾ ਭਾਣਜਾ ਬਹੁਤ ਹੀ ਸ਼ਰੀਫ ਤੇ ਸਮਝਦਾਰ ਆ। ਤੂੰ ਮੇਰੇ ਤੇ ਵਿਸ਼ਵਾਸ ਕਰ, ਮੈਂ ਤੇਰੇ ਨਾਲ ਧੋਖਾ ਨਹੀਂ ਕਰਾਂਗੀ, ਕਿਉਂਕਿ ਤੂੰ ਮੇਰੇ ਨਾਲ ਧੀਆਂ ਵਰਗੀ ਆ। ਪਰ ਮੈਂ ਆਂਟੀ ਦੀ ਗੱਲ ਕੱਟਦੇ ਹੋਏ ਕਿਹਾ ਕਿ ਮੈਂ ਇੱਕ ਵਾਰ ਉਸ ਮੁੰਡੇ ਨੂੰ ਮਿਲਣਾ ਚਾਹੁੰਦੀ ਆ। ਉਹ ਕਹਿੰਦੀ ਕਿ ਉਹ ਬਾਹਰ ਨੌਕਰੀ ਕਰਦਾ ਤੇ ਛੇਤੀ ਹੀ ਉਹ ਮੇਰੇ ਕੋਲ ਆਵੇਗਾ। ਮੈਂ ਤੈਨੂੰ ਜ਼ਰੂਰ ਮਿਲਾਵਾਂਗੀ, ਤੂੰ ਬੇਫਿਕਰ ਹੋ ਜਾ। ਪ੍ਰੀਤ ਮੇਰੀ ਧੀ ਸੁਖੀ ਧੀ ਵਰਗੀ ਆ। ਮੇਰੇ ਵੀ ਧੀਆਂ ਨੇ, ਮੈਨੂੰ ਵੀ ਪਤਾ ਹੈ ਕਿ ਧੀਆਂ ਦਾ ਦੁੱਖ ਕੀ ਹੁੰਦਾ। ਮੈਨੂੰ ਉਹ ਆਂਟੀ ਦੀ ਗੱਲ ਸੁਣ ਕੇ ਮੇਰੀਆਂ ਅੱਖਾਂ 'ਚ ਪਾਣੀ ਆ ਗਿਆ। ਮੈਂ ਉਸ ਦੇ ਗਲ ਲੱਗ ਕੇ ਬਹੁਤ ਰੋਈ। ਉਹ ਮੈਨੂੰ ਕਹਿਣ ਲੱਗੀ, ਤੂੰ ਮੈਨੂੰ ਆਪਣੀ ਮਾਂ ਵਾਂਗ ਸਮਝ ਤੇ ਆਪਣੇ ਦਿਲ ਦੀ ਹਰ ਗੱਲ ਮੇਰੇ ਨਾਲ ਕਰ ਸਕਦੀ ਆ। ਜੇਕਰ ਤੈਨੂੰ ਕਦੇ ਵੀ ਕੋਈ ਪਰੇਸ਼ਾਨੀ ਹੋਈ ਤਾਂ ਤੂੰ ਮੇਰੇ ਕੋਲੋਂ ਬੇਝਿਜਕ ਹੋ ਕੇ ਆ ਜਾਵੀਂ। ਸਿਆਣੇ ਸੱਚ ਕਹਿੰਦੇ ਆ ਕਿ ਜਿਹੜੇ ਦੁੱਖ ਵੇਲੇ ਕੰਮ ਆਉਂਦਾ ਅਸਲ ਵਿੱਚ ਤਾਂ ਉਹੀ ਹਮਦਰਦ ਤੇ ਆਪਣਾ ਹੁੰਦਾ। ਉਧਰ ਜਿਹੜੇ ਮੇਰੇ ਆਪਣੇ ਸਨ ਉਹ ਮੇਰੇ ਨਾਲ ਹਰ ਵਕਤ ਲੜਦੇ ਝਗੜਦੇ ਰਹਿੰਦੇ। ਮੇਰੇ ਪਤੀ ਨੇ ਵੀ ਮੇਰਾ ਸਾਥ ਨਹੀਂ ਦਿੱਤਾ। ਹੁਣ ਤਾਂ ਮੈਨੂੰ ਆਂਟੀ ਵਿੱਚੋਂ ਹੀ ਆਪਣੀ ਮਾਂ ਦਿਸਦੀ ਸੀ। ਮੇਰੇ ਲਈ ਤਾਂ ਉਹੀ ਰੱਬ ਸੀ। ਮੇਰਾ ਤਾਂ ਉਸ ਦੇ ਨਾਲ ਹੀ ਕੋਈ ਰਿਸ਼ਤਾ ਵੀ ਨਹੀਂ ਸੀ, ਪਰ ਫਿਰ ਵੀ ਉਸਨੇ ਮੈਨੂੰ ਇੰਨੀ ਮਦਦ ਕੀਤੀ। ਫਿਰ ਮੈਂ ਖੁਸ਼ੀ-ਖੁਸ਼ੀ ਆਪਣੇ ਘਰ ਵਾਪਸ ਆ ਗਈ। ਜਦੋਂ ਮੈਂ ਆਪਣੇ ਘਰ ਵਿੱਚ ਜਾਣ ਲੱਗੀ ਤਾਂ ਮੈਨੂੰ ਮੇਰੀ ਨਨਾਣ ਨੇ ਤੇ ਸੱਸ ਦੀ ਆਵਾਜ਼ ਕੰਨੀ ਪਈ। ਮੇਰੀ ਨਨਾਣ ਮੇਰੀ ਸੱਸ ਨੂੰ ਕਹਿ ਰਹੀ ਸੀ ਕਿ ਮੰਮੀ, ਤੁਸੀਂ ਭਾਬੀ ਨੂੰ ਬਹੁਤ ਦੁੱਖ ਦਿੱਤੇ ਨੇ, ਉਹਨਾਂ ਦਾ ਫਲ ਮੈਨੂੰ ਮਿਲ ਰਿਹਾ। ਉਹ ਬਿਨ ਮਾਪਿਆਂ ਦੀ ਬੱਚੀ ਸੀ, ਪਰ ਫਿਰ ਵੀ ਤੁਸੀਂ ਉਹਨਾਂ ਨੂੰ ਬਹੁਤ ਦੁਖੀ ਕੀਤਾ ਤੇ ਤੁਸੀਂ ਇੱਥੋਂ ਤੱਕ ਕਿ ਉਸ ਦੀ ਭੈਣ 'ਤੇ ਵੀ ਗਲਤ ਇਲਜ਼ਾਮ ਲਾਏ। ਤੁਸੀਂ ਉਹਨਾਂ ਦੇ ਗਲਤ ਇਲਜ਼ਾਮ ਲਾਏ, ਉੱਪਰੋਂ ਮੇਰਾ ਘਰ ਹੱਸਦਾ ਵਸਦਾ ਉੱਜੜ ਗਿਆ ਤੇ ਤੁਹਾਡੇ ਕੀਤੇ ਕਰਮਾਂ ਦੀ ਸਜ਼ਾ ਮੈਨੂੰ ਮਿਲ ਰਹੀ ਆ। ਤੁਸੀਂ ਜੋ ਵੀ ਉਸ ਦੀ ਭੈਣ ਦੇ ਇਲਜ਼ਾਮ ਲਗਾਏ ਉਹ ਸਭ ਝੂਠੇ ਸਨ, ਕਿਉਂਕਿ ਮੈਨੂੰ ਮੇਰੇ ਪਤੀ ਦਾ ਪਤਾ ਸੀ ਉਹ ਕਿਹੋ ਜਿਹਾ ਇਨਸਾਨ ਆ। ਪਰ ਫਿਰ ਵੀ ਤੁਸੀਂ ਉਸ ਦੀ ਭੈਣ ਦੀ ਇੱਜ਼ਤ ਤੇ ਦਾਗ ਲਾਇਆ। ਮੈਨੂੰ ਪਤਾ ਉਹ ਬੇਕਸੂਰ ਸੀ। ਮਾਂ, ਤੂੰ ਤਾਂ ਸਮਝ ਸਕਦੀ ਆ, ਤੂੰ ਤਾਂ ਇੱਕ ਔਰਤ ਸੀ। ਇੱਕ ਔਰਤ ਹੀ ਇੱਕ ਔਰਤ ਦੀ ਦੁਸ਼ਮਣ ਬਣੀ। ਸਿਆਣਿਆਂ ਨੇ ਠੀਕ ਕਿਹਾ ਕਿ ਇਨਸਾਨ ਆਪਣੇ ਕੀਤੇ ਕਰਮਾਂ ਨੂੰ ਭੋਗਦਾ। ਜੇ ਤੁਸੀਂ ਕਿਸੇ ਦੀ ਔਲਾਦ ਨੂੰ ਬਿਨਾਂ ਵਜ੍ਹਾ ਦੁਖੀ ਕਰੋਗੇ ਤਾਂ ਉਸ ਦਾ ਫਲ ਤੁਹਾਡੀ ਔਲਾਦ ਨੂੰ ਹੀ ਭੁਗਤਣਾ ਪਵੇਗਾ। ਜਦੋਂ ਮੇਰੀ ਨਨਾਣ ਆਪਣੀ ਮਾਂ ਨਾਲ ਇਹ ਸਭ ਗੱਲਾਂ ਕਰ ਰਹੀ ਸੀ ਤਾਂ ਮੇਰੀਆਂ ਅੱਖਾਂ 'ਚੋਂ ਪਾਣੀ ਆ ਗਿਆ, ਪਰ ਮੈਂ ਕੁਝ ਵੀ ਨਾ ਬੋਲੀ, ਕਿਉਂਕਿ ਉਹਨਾਂ ਨੂੰ ਗਲਤੀ ਦਾ ਅਹਿਸਾਸ ਹੋ ਗਿਆ ਸੀ ਤੇ ਮੇਰੀ ਸੱਸ ਦੀਆਂ ਅੱਖਾਂ ਵਿੱਚ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਸੀ। ਫਿਰ ਥੋੜੇ ਦਿਨਾਂ ਬਾਅਦ ਹੀ ਆਂਟੀ ਨੇ ਵਾਅਦੇ ਮੁਤਾਬਕ ਮੇਰੀ ਭੈਣ ਦਾ ਵਿਆਹ ਆਪਣੇ ਭਾਣਜੇ ਨਾਲ ਕਰ ਦਿੱਤਾ। ਜਦੋਂ ਮੈਂ ਆਪਣੇ ਭੈਣ ਦੇ ਪਤੀ ਨੂੰ ਮਿਲੀ ਤਾਂ ਮੈਨੂੰ ਬੜੀ ਖੁਸ਼ੀ ਹੋਈ। ਉਹ ਬਹੁਤ ਹੀ ਸਮਝਦਾਰ ਤੇ ਨੇਕ ਇਨਸਾਨ ਸੀ, ਪਰ ਮੈਨੂੰ ਇੱਕ ਗੱਲ ਦਾ ਦੁੱਖ ਸੀ ਕਿ ਜੋ ਮੇਰੀ ਨਣਦ ਦੇ ਨਾਲ ਹੋਇਆ ਉਹ ਵੀ ਬਹੁਤ ਗਲਤ ਹੋਇਆ। ਮੈਂ ਆਪਣੀ ਨਨਾਣ ਨੂੰ ਇਸ ਤਰ੍ਹਾਂ ਤਕਲੀਫ ਵਿੱਚ ਨਹੀਂ ਦੇਖ ਸਕਦੀ ਸੀ। ਫਿਰ ਇੱਕ ਦਿਨ ਮੇਰੀ ਨਨਾਣ ਦਾ ਘਰ ਵਾਲਾ ਸਾਡੇ ਘਰ ਆਇਆ ਤਾਂ ਉਸ ਦੀ ਹਾਲਤ ਬਹੁਤ ਹੀ ਤਰਸਯੋਗ ਸੀ। ਜਦੋਂ ਉਸਨੇ ਆਪਣੀ ਕਹਾਣੀ ਦੱਸੀ ਤੇ ਉਹ ਮੇਰੀ ਨਨਾਣ ਦੇ ਪੈਰੀਂ ਡਿੱਗ ਪਿਆ ਤੇ ਕਹਿਣ ਲੱਗਿਆ, ਮੈਂ ਤੇਰੇ ਨਾਲ ਧੋਖਾ ਕਰਿਆ। ਜਿਸ ਔਰਤ ਨੂੰ ਮੈਂ ਵਿਆਹ ਕੇ ਲਿਆਇਆ ਸੀ ਉਹ ਮੇਰਾ ਸਭ ਕੁਝ ਲੁੱਟ ਕੇ ਲੈ ਗਈ ਤੇ ਮੇਰਾ ਬੈਂਕ ਬੈਲੈਂਸ ਵੀ ਖਾਲੀ ਕਰ ਗਈ। ਇੱਕ ਰਾਤ ਉਸਨੇ ਆਪਣੇ ਕਿਸੇ ਜਾਣਨ ਵਾਲੇ ਨਾਲ ਮਿਲ ਕੇ ਘਰ ਦੇ ਕੀਮਤੀ ਗਹਿਣੇ ਤੇ ਕੀਮਤੀ ਚੀਜ਼ਾਂ ਵੀ ਚੋਰੀ ਕਰਕੇ ਰਾਤ ਨੂੰ ਲੈ ਗਈ।
ਹੁਣ ਮੈਂ ਤਾਂ ਬਿਲਕੁਲ ਕੰਗਾਲ ਹੋ ਗਿਆ। ਹੋ ਸਕੇ ਤਾਂ ਮੈਨੂੰ ਮਾਫ ਕਰ ਦੇਵੀਂ। ਮੇਰੀ ਸੱਸ ਨੇ ਮੇਰੀ ਨਨਾਣ ਦੇ ਪਤੀ ਨੂੰ ਬਹੁਤ ਮੰਦਾ ਚੰਗਾ ਬੋਲਿਆ, ਪਰ ਮੇਰੀ ਨਨਾਣ ਇੱਕਦਮ ਚੁੱਪ ਰਹੀ। ਉਸਨੇ ਕੁਝ ਨਾ ਕਿਹਾ। ਉਸਨੇ ਕਿਹਾ ਕਿ ਕੋਈ ਗੱਲ ਨਹੀਂ, ਪੈਸਾ ਤਾਂ ਫਿਰ ਕਮਾ ਲਵਾਂਗੇ, ਪਰ ਤੁਸੀਂ ਮੇਰੇ ਤੋਂ ਕਦੇ ਵੀ ਦੂਰ ਨਾ ਜਾਇਓ। ਜੇਕਰ ਤੁਹਾਨੂੰ ਤੁਹਾਡੀ ਗਲਤੀ ਦਾ ਪਛਤਾਵਾ ਹੋ ਗਿਆ ਤਾਂ ਮੈਂ ਤੁਹਾਨੂੰ ਮਾਫ ਕਰ ਦੇਵਾਂਗੀ। ਫਿਰ ਖੁਸ਼ੀ-ਖੁਸ਼ੀ ਮੇਰੀ ਨਨਾਣ ਵੀ ਮੇਰੇ ਨਣਦੋਈਏ ਦੇ ਨਾਲ ਆਪਣੇ ਘਰ ਚਲੀ ਗਈ। ਜਦੋਂ ਮੇਰੀ ਨਨਾਣ ਚਲੀ ਗਈ ਤਾਂ ਮੇਰੀ ਸੱਸ ਮੇਰੇ ਪੈਰਾਂ ਵਿੱਚ ਡਿੱਗ ਪਈ ਤੇ ਕਹਿਣ ਲੱਗੀ, ਮੈਂ ਤੇਰੇ ਨਾਲ ਜੋ ਕਰਿਆ ਉਹ ਮੇਰੀ ਧੀ ਨੂੰ ਭੁਗਤਣਾ ਪਿਆ। ਤੂੰ ਮੈਨੂੰ ਮਾਫ ਕਰ ਦੇ, ਮੈਂ ਤੈਨੂੰ ਹੁਣ ਕਦੇ ਵੀ ਕੁਝ ਨਹੀਂ ਕਹਾਂਗੀ। ਜਦੋਂ ਮੇਰੀ ਸੱਸ ਮੇਰੇ ਪੈਰਾਂ ਵਿੱਚ ਡਿੱਗੀ ਤਾਂ ਮੈਂ ਉਸ ਨੂੰ ਦੋਹਾਂ ਹੱਥਾਂ ਨਾਲ ਚੁੱਕਿਆ ਤੇ ਕਿਹਾ, ਮੈਂ ਤਾਂ ਤੇਰੇ ਵਿੱਚੋਂ ਆਪਣੀ ਮਾਂ ਲੱਭਦੀ ਸੀ, ਪਰ ਜੋ ਕੁਝ ਵੀ ਤੁਸੀਂ ਕਰਿਆ ਉਹ ਭੁੱਲਣਯੋਗ ਤਾਂ ਨਹੀਂ, ਪਰ ਫਿਰ ਵੀ ਮੈਂ ਭੁੱਲ ਜਾਵਾਂਗੀ, ਕਿਉਂਕਿ ਮੈਂ ਤਾਂ ਇੱਕ ਮਾਂ ਦੇ ਪਿਆਰ ਦੀ ਭੁੱਖੀ ਹਾਂ। ਹੁਣ ਅਸੀਂ ਖੁਸ਼ੀ-ਖੁਸ਼ੀ ਸਾਰੇ ਮਿਲ ਕੇ ਰਹਿਣ ਲੱਗੇ ਤੇ ਮੇਰੀ ਸੱਸ ਦੇ ਸੁਭਾਅ ਵਿੱਚ ਵੀ ਬਹੁਤ ਫਰਕ ਪੈ ਗਿਆ।